ਕਾਸ਼ੀ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਜੈ ਗੁਰਦੇਵ, ਨਮਸਕਾਰ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ। ਪਿਆਰੇ ਦਰਸ਼ਕੋ, ਅੱਜ ਸਾਡਾ ਪ੍ਰੋਗਰਾਮ ਤਾਂ ਇਹ ਸੀਗਾ ਕਿ ਅਸੀਂ ਤੁਹਾਨੂੰ ਕੋਈ ਹਿਸਟੋਰੀਕਲ ਜਿਹੜੀ ਕੋਈ ਹਾਦਸਾ ਹੈਗਾ ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਦਈਏ ਜਾਂ ਉਹਦੇ ਬਾਰੇ ਗੱਲਬਾਤ ਕਰੀਏ, ਜਿਹੜਾ ਕਿ ਆਮ ਤੌਰ 'ਤੇ ਬਹੁਤ ਪੁਰਾਣਾ ਤਾਂ ਇੰਨਾ ਨਹੀਂ ਹੈਗਾ, ਕੋਈ ਸਵਾ ਕੁ ਸੌ ਸਾਲ ਪੁਰਾਣਾ ਹੈਗਾ। ਉਹ ਹੈ ਕਿ 1857 ਦਾ, ਜਿਹਨੂੰ ਗਦਰ ਵੀ ਕਹਿੰਦੇ ਆ ਜਾਂ ਜੰਗੇ ਆਜ਼ਾਦੀ ਜਿਹੜੀ ਆ ਪਹਿਲੀ, ਉਹ ਵੀ ਕਹਿ ਦਿੰਦੇ ਆ। ਪਰ ਹਾਲਾਤ ਜਿਹੜੇ ਉਹਨਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਔਰ ਦੇਖਦਿਆਂ ਹੋਇਆਂ ਭਰੇ ਦਿਲ ਦੇ ਨਾਲ ਅਸੀਂ ਅੱਜ ਇੱਥੇ ਬੈਠੇ ਹਾਂ। ਔਰ ਅੱਜ ਅਸੀਂ ਫਿਰ ਮੁੜ ਕੇ ਪਿਆਰੇ ਦਰਸ਼ਕੋ ਕਰੋਨਾ ਵਾਇਰਸ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਔਰ ਕਰੋਨਾ ਦਾ ਜਿਹੜਾ ਕਹਿਰ ਹੈਗਾ ਉਹ ਹਰ ਪਾਸੇ ਛਾਇਆ ਹੋਇਆ ਹੈ ਔਰ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਔਰ ਹਰ ਮਾਂ ਆਪਣੇ ਪੁੱਤ ਨੂੰ ਰੋਂਦੀ ਹੈ ਔਰ ਪੁੱਤ ਆਪਣੇ ਮਾਂ ਬਾਪ ਨੂੰ ਰੋਂਦੇ ਹਨ। ਹਰ ਇੱਕ ਆਪਣੇ ਆਪਣੇ ਸਕੇ ਸੰਬੰਧੀਆਂ ਲਈ ਚੀਕ ਛਿਹਾੜਾ ਪੈ ਰਿਹਾ ਹਰ ਥਾਂ ਔਰ ਤਾਹਾਂ ਮਾਰਦੇ ਹਨ ਔਰ ਬਹੁਤ ਸਾਰੀਆਂ ਲਾਸ਼ਾਂ ਸੜਕਾਂ 'ਤੇ ਪਈਆਂ ਹਨ, ਕੋਈ ਬਾਲੀ ਵਾਰਸ ਨਹੀਂ ਮਿਲਿਆ। ਇਹ ਦੇਖੋ 3-4 ਹਫ਼ਤੇ ਹੋ ਗਏ ਇਸੇ ਤਰ੍ਹਾਂ ਚੱਲ ਰਿਹਾ ਹੈਗਾ। ਔਰ ਜੋ ਅੱਜ ਦੇ ਸਾਡੇ ਕੋਲੋਂ ਵਿਛੜ ਗਏ ਹਨ ਪਿਆਰੇ ਦਰਸ਼ਕੋ, ਉਹਨਾਂ ਨੂੰ ਅਸੀਂ ਨਮੋ ਕਰਦੇ ਹੋਏ ਆਪਣੀ ਪ੍ਰੇਮ ਭਰੀ ਸ਼ਰਧਾਂਜਲੀ ਭੇਂਟ ਕਰਦੇ ਹਾਂ। ਔਰ ਜੋ ਇਸ ਟਾਈਮ 'ਤੇ ਸਾਡੇ ਵਾਂਗੂ ਹਾਲੇ ਤੱਕ ਦੁਨੀਆ ਦੇ ਵਿੱਚ ਚੰਗੀ ਸਿਹਤ ਹੈ ਔਰ ਉਹਨਾਂ ਦੀ ਚੰਗੀ ਸਿਹਤ ਦੀ ਅਸੀਂ ਦੁਆ ਮੰਗਦੇ ਹਾਂ। ਔਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਹੈਗਾ ਕਿ ਇਹੋ ਹੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਸਾਂ ਕਿ ਕਰੋਨਾ ਵਾਇਰਸ ਜਿਹੜੀ ਆ ਉਹ ਇੰਡੀਆ ਦੇ ਵਿੱਚ ਇਹਦਾ ਬਹੁਤ ਹੀ ਇਸ ਵੇਲੇ ਖਿਲਾਰਾ ਹੋ ਗਿਆ ਹੈ ਔਰ ਫਿਗਰ ਵੀ ਤੁਹਾਨੂੰ ਦੱਸਾਂਗੇ, ਜੋ ਕੁਛ ਉੱਥੇ ਹੋ ਰਿਹਾ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਤੁਰਨ ਤੋਂ ਪਹਿਲਾਂ ਦਵਿੰਦਰ ਜੀ, ਤੁਸੀਂ ਕੁਛ ਕਹਿਣਾ ਚਾਹੁੰਦੇ? ਜੀ ਥੈਂਕ ਯੂ ਵੈਰੀ ਮਚ ਜੀ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਭੀਮ, ਜੈ ਗੁਰਦੇਵ। ਅਤੇ ਜਿਹੜਾ ਪ੍ਰੋਗਰਾਮ, ਜਿਹੜੇ ਇੰਡੀਆ ਦੇ ਹਾਲਾਤ ਹੈਗੇ ਕਰੋਨਾ ਵਾਇਰਸ ਕਰਕੇ ਜਿਹੜੀਆਂ ਡੈਥਸ ਹੋ ਰਹੀਆਂ, ਜਿਹੜੀ ਬਿਮਾਰੀ ਜਿਸ ਤਰੀਕੇ ਨਾਲ ਵੱਧ ਰਹੀ ਆ, ਉਹ ਬੜੀ ਭਿਆਨਕ ਸਿਚੁਏਸ਼ਨ ਹੈਗੀ ਉੱਥੇ, ਬਹੁਤ ਔਰ ਬੜੀ ਦਿਲ ਕੰਬਾਊ ਹੈਗੀ ਆ। ਜੀ ਆਪਾਂ ਇਸ ਬਾਰੇ ਚਰਚਾ ਕਰਾਂਗੇ। ਤੁਹਾਨੂੰ ਪਤਾ ਪਿਛਲੇ ਕੁਛ ਦਿਨਾਂ ਦੇ ਵਿੱਚ ਆਪਾਂ ਦੇਖਿਆ ਹੈਗਾ ਕਿ ਗੰਗਾ ਦੇ ਵਿੱਚ ਔਰ ਦਰਿਆਵਾਂ ਦੇ ਵਿੱਚ, ਨਹਿਰਾਂ ਦੇ ਵਿੱਚ ਕਿੱਦਾਂ ਲਾਸ਼ਾਂ ਧਰਦੀਆਂ ਫਿਰਦੀਆਂ ਹੈਗੀਆਂ, ਜਿਹੜੀ ਕਿ ਇੱਕ ਦਿਲ ਕੰਬਾਊ ਸਿਚੁਏਸ਼ਨ ਹੈਗੀ ਹੈ ਬਹੁਤ। ਸੋ ਬਹੁਤ ਬੁਰੇ ਹਾਲਾਤ ਆ। ਔਰ ਆਈ ਥਿੰਕ ਜਿਹੜੀ ਸਰਕਾਰ, ਮੌਜੂਦਾ ਸਰਕਾਰ ਹੈ, ਮੋਦੀ ਸਰਕਾਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਇਹਨੂੰ ਸਾਰੀ ਸਿਚੁਏਸ਼ਨ ਨੂੰ, ਜੋ ਹਾਲਾਤ ਹੈਗੇ ਆ, ਇਹਨਾਂ ਨੂੰ ਕੰਟਰੋਲ ਕਰਨ ਵਿੱਚ ਨਾਕਾਮ ਹੁੰਦੀ ਦੀਦੀ ਹੈ। ਬਿਲਕੁਲ ਹੈ ਨਾ। ਜੋ ਮਤਲਬ ਇੱਕ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਮੁਸੀਬਤ ਦੇ ਸਮੇਂ ਦੇਸ਼ ਨੂੰ ਸੰਭਾਲਣਾ, ਲੋਕਾਂ ਨੂੰ ਸੰਭਾਲਣਾ, ਉਹ ਜਿਹੜਾ ਹੈਗਾ ਉੱਥੋਂ ਲੱਗਦਾ ਸਰਕਾਰ ਨੇ ਆਪਣਾ ਪੱਲਾ ਝਾੜ ਲਿਆ ਹੈਗਾ। ਬਿਲਕੁਲ ਉਹ ਮਤਲਬ ਉਸ ਤਰੀਕੇ ਨਾਲ ਜਿੱਦਾਂ ਉਹਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਉਹ ਨਿਭਾ ਨਹੀਂ ਰਹੀ। ਸੋ ਇਸ ਕਰਕੇ ਬੜਾ ਦੁਖਦਾਈ ਸਮਾਂ ਹੈਗਾ। ਬਿਲਕੁਲ ਸੋ ਇਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਹਾਂਜੀ ਪਿਆਰੇ ਦਰਸ਼ਕੋ, ਅੱਗੇ ਤੁਰਨ ਤੋਂ ਪਹਿਲਾਂ ਇਹ ਆ ਕਿ ਤੁਹਾਨੂੰ ਜਿਹੜੀ ਅੱਜ ਦੀ ਸਾਰੀ ਅਪ ਟੂ ਡੇਟ ਖਬਰ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ। ਇਹ ਭਾਰਤ ਦੇ ਵਿੱਚ ਅੱਜ ਜਿਹੜੀ ਕੱਲ੍ਹ ਦੀ ਫਿਗਰ ਉਹ ਅੱਜ ਦਿੱਤੀ ਗਈ, 3,63,000 ਜਿਹੜੇ ਨਵੇਂ ਕੇਸ ਹੈ ਔਰ ਹਰ ਰੋਜ਼ ਹੀ ਤਕਰੀਬਨ 3.5 ਲੱਖ, 4 ਲੱਖ, ਕਦੀ 4 ਲੱਖ ਤੋਂ ਉੱਤੇ ਵੀ ਹੁੰਦੇ ਹਨ। ਔਰ ਇਹ ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ ਇਹੋ ਹੀ ਗੱਲ ਚੱਲ ਰਹੀ ਹੈ। ਔਰ ਜਿੱਥੋਂ ਤੱਕ ਮੌਤਾਂ ਦਾ ਸਵਾਲ ਹੈਗਾ ਉਹ 4,102 ਜਾਂ 120 ਇਹ ਕੱਲ੍ਹ ਦੀ ਹੈਗੀ ਫਿਗਰ। ਔਰ ਤਕਰੀਬਨ ਪਿਛਲੇ 2-3 ਹਫ਼ਤਿਆਂ ਤੋਂ ਤਕਰੀਬਨ 4,000 ਤੋਂ 1-2 ਥੱਲੇ, 4,000 ਤੋਂ 1-2 ਉੱਪਰ, ਤਕਰੀਬਨ ਐਵਰੇਜ ਜਿਹੜੀ ਹੈਗੀ ਆ ਉਹ 4। ਇਹ ਜਿਹੜੇ ਹੈਗੇ ਸਰਕਾਰੀ ਫਿਗਰਸ ਆ, ਸਰਕਾਰੀ ਅੰਕੜੇ ਆ। ਅਸਲੀਅਤ ਜਿਹੜੀ ਆ ਉਹ ਕੁਛ ਬਹੁਤ ਜ਼ਿਆਦਾ ਹੈਗੀ। ਸਰਕਾਰੀ ਅੰਕੜੇ ਆ। ਮੈਂ ਦਵਿੰਦਰ ਜੀ ਇੱਕ ਤੁਹਾਨੂੰ ਅਸਲੀਅਤ ਬਾਰੇ, ਤੁਸੀਂ ਅਸਲੀਅਤ ਦੀ ਗੱਲ ਦੱਸੀ ਆ, ਕੀਤੀ ਆ। ਇੱਕ ਵਾਸ਼ਿੰਗਟਨ ਦੀ ਯੂਨੀਵਰਸਿਟੀ ਹੈਗੀ ਆ, ਉਹਦੇ ਵਿੱਚ ਉਹਨਾਂ ਦਾ ਇੱਕ ਰਿਸਰਚ ਗਰੁੱਪ ਹੈਗਾ IHME, ਮੈਨੂੰ ਇਹਦਾ ਜ਼ਿਆਦਾ ਡਿਟੇਲ ਨਹੀਂ ਪਤਾ ਹੈਗਾ। ਔਰ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਅਮਰੀਕਾ ਦੇ ਵਿੱਚ ਔਰ ਰਿਪੋਰਟ ਦੇ ਹਿਸਾਬ ਦੇ ਨਾਲ ਉਹਨਾਂ ਨੇ ਮੰਨ ਲਓ ਵਰਲਡ ਦੀ ਫਿਗਰ ਵੀ ਔਰ ਅਮਰੀਕਾ ਦੀ ਫਿਗਰ ਵੀ, ਜਿਹੜੀ ਖਾਸ ਤੌਰ 'ਤੇ ਜਿਹੜੀ ਬਿਮਾਰੀਆਂ ਦੀ
ਜਾਂ ਜਿਹੜੇ ਲੋਕ ਪੈਰਿਸ਼ ਹੋਏ ਹੈਗੇ ਆ ਜਾਂ ਸਾਨੂੰ ਦੁਨੀਆ ਨੂੰ ਛੱਡ ਗਏ ਹੈਗੇ ਆ, ਅਲਵਿਦਾ ਕਹਿ ਗਏ ਹੈਗੇ ਆ, ਉਹ ਰਿਪੋਰਟ ਦੇ ਮੁਤਾਬਕ ਜਿਹੜੇ ਵਰਲਡ ਦੇ ਐਸਲੇ ਦੱਸਦੇ ਆ ਉਹ 3.2 ਮਿਲੀਅਨ ਜਿਹੜੇ ਲੋਕ ਉਹ ਮਰ ਗਏ ਆ ਹਾਂਜੀ, 3,20,000 ਹੈ ਜੀ, 30,20,000। ਔਰ ਉਹ ਜਿਹੜੀ ਰਿਪੋਰਟ ਉਹ ਕਹਿੰਦੀ ਹੈਗੀ ਜਿਹੜੀ ਅਸਲੀ ਫਿਗਰ ਹੈਗੀ ਆ ਉਹ 6.9 ਮਿਲੀਅਨ ਜੀ ਹੈ ਜੀ, ਇਹ ਜਿਹੜੀ ਵਰਲਡ ਦੀ ਹੈਗੀ 3.2 ਮਿਲੀਅਨ ਦੀ ਬਜਾਏ 6.9 ਮਿਲੀਅਨ ਵਰਲਡ ਦੇ ਵਿੱਚ ਇੰਨੇ ਲੋਕ ਮਰ ਗਏ। ਔਰ USA ਦੀ ਫਿਗਰ ਜਿਹੜੀ ਹੈਗੀ ਆ 5,74,000 ਜੀ, ਉਹਦੀ ਜਿਹੜੀ ਅਸਲੀ ਫਿਗਰ ਹੈਗੀ ਆ ਉਹ 90,05,000 ਦੱਸਦੇ ਆ ਹੈ ਜੀ। ਔਰ ਜਿੱਥੋਂ ਤੱਕ ਇਹ ਹੈਗਾ ਇੰਡੀਆ ਦਾ, ਮਤਲਬ ਹੁਣ ਤਾਂ ਇੰਡੀਆ ਦੇ ਹੈਗੇ ਆ ਇਹ ਤਕਰੀਬਨ ਇੱਥੇ ਫਿਗਰ ਮੈਂ ਲਿਖੀ ਸੀਗੀ ਇਹ 2,60,000 ਅੱਜ ਤਾਈਂ ਜਿਹੜੇ ਆ ਮਰ ਗਏ, ਕੱਲ੍ਹ ਦੀ ਫਿਗਰ ਹੈਗੀ ਆ, ਪਰ ਇਹ ਪਿਛਲੇ ਹਫਤੇ ਦੀ ਸੀਗੀ ਸਰਕਾਰ ਦੀ ਫਿਗਰ 2,21,000 ਦੀ ਫਿਗਰ। ਔਰ ਉਸ ਰਿਸਰਚ ਵਾਲਿਆਂ ਨੇ ਕਿਹਾ ਕਿ ਇੰਡੀਆ ਦੇ ਵਿੱਚ 2 ਲੱਖ ਨਹੀਂ ਹੈਗਾ, ਤਕਰੀਬਨ 6,54,000 ਲੋਕ ਮਰ ਗਏ। ਕਈ ਸ਼ਹਿਰਾਂ ਦੇ ਵਿੱਚ ਆਪਾਂ ਸੋਸ਼ਲ ਮੀਡੀਆ 'ਚ ਖਬਰਾਂ ਆਉਂਦੀਆਂ ਰਹਿੰਦੀਆਂ, ਉਹ ਦੱਸਦੇ ਵੀ ਜਿਹੜੇ ਗਵਰਨਮੈਂਟ ਨੇ ਫਿਗਰ ਜਿਹੜਾ ਦਿੱਤਾ ਹੈਗਾ ਉਹ ਇੰਨਾ ਦੱਸਦੇ ਵੀ 150 ਹੈਗਾ। ਜਿਹੜੀਆਂ ਲਾਸ਼ਾਂ ਆਉਂਦੀਆਂ ਉਹ 200 ਤੋਂ ਵੀ ਜ਼ਿਆਦਾ ਜਿਹੜੀਆਂ ਆਉਂਦੀਆਂ ਹੈਗੀਆਂ ਕਬਰਸਤਾਨ ਦੇ ਵਿੱਚ, ਬਿਲਕੁਲ ਆਪਣੇ ਸਿਵਿਆਂ ਦੇ ਵਿੱਚ ਜਿਨ੍ਹਾਂ ਦਾ ਕਿਰਿਆਕਰਮ ਕੀਤਾ ਜਾਂਦਾ ਆ ਉਹ 200 ਤੋਂ ਵੀ ਜ਼ਿਆਦਾ ਹੁੰਦਾ, ਬਹੁਤ ਹੈ ਜੀ, ਉੱਥੇ 100 ਤੋਂ ਜ਼ਿਆਦਾ ਹੁੰਦਾ। ਤੇ ਜਿਹੜੇ ਰਿਕਾਰਡ ਜਿਹੜਾ ਦੱਸਦੇ ਹੈਗੇ ਆ ਉਹ 25-30 ਦੱਸਦੇ ਹੈਗੇ ਹੈਗੀਆਂ, ਮਤਲਬ ਜਿਹੜੇ ਕਿਰਿਆਕਰਮ ਕਰਨ ਵਾਸਤੇ ਲੱਕੜਾਂ ਨਹੀਂ ਮਿਲ ਰਹੀਆਂ, ਜਗ੍ਹਾ ਨਹੀਂ ਮਿਲ ਰਹੀ, ਬਾਰੀ ਨਹੀਂ ਮਿਲ ਰਹੀ, ਬਿਲਕੁਲ ਲਾਈਨਾਂ ਲੱਗੀਆਂ ਹੁੰਦੀਆਂ। ਪਿਆਰੇ ਦਰਸ਼ਕੋ, ਇੱਕ ਗੱਲ ਹਮੇਸ਼ਾ ਹੀ ਲੋਕ ਕਹਿੰਦੇ ਹਨ ਕਿ ਕਬਰਸਤਾਨ ਜਿਹੜਾ ਹੈਗਾ ਇਨਸਾਨ ਦਾ ਆਖਰੀ ਜਿਹੜਾ ਉਹ ਘਰ ਵਾ। ਅੱਜ ਹਾਲਾਤ ਇਹੋ ਜਿਹੇ ਹੋ ਗਏ, ਜਿਹੜੇ ਦਵਿੰਦਰ ਜੀ ਹੁਣੀ ਵੀ ਦੱਸ ਕੇ ਹਟੇ ਕਿ ਉਹ ਜਿਹੜਾ ਘਰ ਵਾ ਉਹਨੂੰ ਵੀ ਜਿੰਦੇ ਲੱਗਣ ਲੱਗ ਪਏ। ਬਿਲਕੁਲ ਹਾਂਜੀ, ਜਿਹੜਾ ਇਨਸਾਨ ਦਾ ਆਖਰੀ ਘਰ ਹੈਗਾ, ਲੋਕ ਕਹਿੰਦੇ ਆ ਜਿਸਲੇ ਕਿਸੇ ਨੂੰ ਲੈ ਕੇ ਜਾਂਦੇ ਵੇ ਲੈ ਵੀ ਆ ਤੇਰਾ ਆਖਰੀ ਘਰ ਹੈਗਾ ਹੈ ਜੀ, ਔਰ ਉਹ ਜਿਹੜਾ ਆਖਰੀ ਘਰ ਵਾ ਉਹਨੂੰ ਵੀ ਜਿੰਦੇ ਲੱਗਣ ਲੱਗ ਪਏ। ਔਰ ਬੜੇ ਦੁੱਖ ਦੀ ਗੱਲ ਹੈਗੀ ਆ, ਜਿਹੜੀ ਫਿਗਰ ਮੈਂ ਦੱਸ ਰਿਹਾ ਸੀ ਤਕਰੀਬਨ ਉਹ ਇਹ ਆ ਕਿ 3 ਗੁਣਾ ਜ਼ਿਆਦਾ ਇਸ ਲਈ ਜੇ 2,60,000 ਇੰਡੀਆ ਦੇ ਹੈਗੇ ਆ ਤਾਂ ਉਹ ਤਕਰੀਬਨ 7 ਲੱਖ ਤੋਂ ਉੱਤੇ ਹੈਗੇ ਆ ਪਿਆਰੇ ਦਰਸ਼ਕੋ। ਔਰ ਅੱਜ ਹੀ ਮੈਂ ਇੱਕ ਇੰਡੀਆ ਦੇ ਜਿਹੜੀ ਚੈਨਲ ਹੈ ਉਹਦੀ ਖਬਰ ਦੇਖ ਰਿਹਾ ਸੀਗਾ, ਔਰ ਬਿਹਾਰ ਦੀ ਦਵਿੰਦਰ ਜੀ ਉਹ ਦੱਸ ਰਿਹਾ ਸੀਗਾ ਰਿਪੋਰਟਰ, ਉਹਦੇ ਹੱਥ ਦੇ ਵਿੱਚ ਇੱਦਾਂ ਲਿਸਟ ਫੜੀ ਹੋਈ ਸੀ, ਉਹ ਕਹਿੰਦਾ ਜੀ ਆਹ ਲਿਸਟ ਆ ਇੱਕ ਮੇਰੇ ਕੋਲ, ਉਹ ਸਾਰੇ ਨਾਂ ਤਾਂ ਨਹੀਂ ਪੜ੍ਹ ਸਕਦਾ ਸੀ, ਉਹ ਕਹਿੰਦਾ ਵੀ ਇਹ ਲਿਸਟ ਦੇ ਉੱਤੇ ਜਿੰਨੇ ਵੀ ਹੈਗੇ ਆ ਨਾ ਉਹ 50 ਸਾਲ ਤੋਂ ਉੱਤੇ ਉਹਨੇ ਨਾਂ ਵੀ ਪੜ੍ਹਦਾ ਸੀਗਾ, ਉਹ ਹਸਪੀਟਲ ਤੋਂ ਲਈ ਉਹਨੇ। ਔਰ ਹਸਪੀਟਲ ਤੋਂ ਜਿਹੜੀ ਉਹ ਲਿਸਟ ਲਈ ਉਹਦੇ ਵਿੱਚ ਇੱਕ ਵੀ ਜਿਹੜਾ ਉਹ ਕਰੋਨਾ ਵਾਇਰਸ ਬਿਮਾਰੀ ਦੇ ਨਾਲ ਪਿਆਰੇ ਦਰਸ਼ਕੋ ਮਰਿਆ ਦਾਖਲ ਰਜਿਸਟਰ ਨਹੀਂ ਕੀਤਾ ਸੀਗਾ। ਔਰ ਉਹਨਾਂ ਨੇ ਉਹ ਟੈਲੀਵਿਜ਼ਨ 'ਤੇ ਦੱਸਣ ਤੋਂ ਪਹਿਲਾਂ ਉਹ ਜਿਨ੍ਹਾਂ ਦੇ ਉਹ ਰਿਸ਼ਤੇਦਾਰ ਸੀਗੇ ਉਸ ਲਿਸਟ ਦੇ ਉੱਤੇ, ਉਹਨਾਂ ਨੂੰ ਜਾ ਕੇ ਪੁੱਛਿਆ ਕਿ ਤੁਹਾਡਾ ਜਿਹੜਾ ਸੀਗਾ ਰਿਸ਼ਤੇਦਾਰ, ਤੁਹਾਡਾ ਜਿਹੜਾ ਬਾਪ ਸੀਗਾ, ਮਦਰ ਸੀਗੀ ਜਾਂ ਭਾਈ ਸੀ ਜਾਂ ਕੋਈ ਵੀ ਸੀਗਾ, ਤੁਹਾਨੂੰ ਪਤਾ ਵੀ ਉਹ ਕਿਸ ਬਿਮਾਰੀ ਨਾਲ ਗਿਆ। ਔਰ ਉਹ ਸਾਰਿਆਂ ਨੇ ਤਕਰੀਬਨ 99% ਨੇ ਕਿਹਾ ਕਿ ਸਾਡਾ ਜਿਹੜਾ ਸੀਗਾ ਸਗਾ ਸੰਬੰਧੀ ਉਹ ਕਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਗਿਆ ਔਰ ਅਸੀਂ ਹਸਪਤਾਲ ਲਗਾਏ ਉਹਨੂੰ। ਔਰ ਇਹ ਆ ਕਿ ਉੱਥੇ ਆਕਸੀਜਨ ਨਹੀਂ ਸੀ, ਉੱਥੇ ਇਹ ਗੱਲਾਂ ਸੀਗੀਆਂ, ਉੱਥੇ ਬੈੱਡ ਨਹੀਂ ਸੀ, ਜਿਸ ਕਰਕੇ ਉਹ ਚੱਲਦਾ ਹੋਇਆ। ਔਰ ਉਹਨਾਂ ਨੇ ਕਿਹਾ ਕਿ 99% ਤਕਰੀਬਨ ਜਿਹੜੇ ਉਹ ਸੀਗੇ ਜਿਹੜੇ ਕਿ ਕਰੋਨਾ ਵਾਇਰਸ ਨਾਲ ਮਰੇ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਹੈਲੋ ਹਾਂਜੀ ਹਾਂਜੀ, ਨਮਸਤੇ ਜੀ। ਨਮਸਤੇ। ਮੈਂ ਤੁਹਾਡਾ ਪ੍ਰੋਗਰਾਮ ਬੜਾ ਅੱਛਾ ਲੱਗਾ, ਪਰ ਮੈਂ ਇਹ ਕਹਿ ਰਹੀ ਜਿਹੜੀਆਂ ਬੋਡੀਆਂ ਗੰਗਾ ਚੋਂ ਮਿਲਦੀਆਂ, ਨਹਿਰਾਂ ਚੋਂ ਮਿਲਦੀਆਂ, ਗਰੀਬ ਹੋਣਗੇ ਹਨਾ ਤੇ ਸੁੱਟ ਦਿੱਤੀਆਂ, ਪਰ ਤੁਸੀਂ ਆਪਣੇ ਦੇਸ਼ ਨੂੰ ਬਦਨਾਮ ਕਰਦੇ ਹੋ। ਉੱਥੋਂ ਦਾ ਰੰਗ ਹੈ ਤੁਹਾਡਾ, ਉਹ ਖੂਨ ਹੈ। ਜਦੋਂ 1500 ਮੌਤਾਂ 1 ਮਹੀਨਾ ਪਹਿਲਾਂ ਇੰਗਲੈਂਡ ਵਿੱਚ 24 ਆਵਰਸ ਵਿੱਚ ਅਨਾਉਂਸ ਹੋਈਆਂ, ਤੁਹਾਨੂੰ ਕੀ ਬੋਰਿਸ ਜੌਨਸਨ ਨੇ ਦੱਸਿਆ ਕਿ 1,500 ਕਰੋਨਾ ਦੇ ਜਿਹੜੇ ਬੰਦੇ ਬਣੇ ਉਹਨਾਂ ਦੀ ਬੋਡੀਆਂ ਇੰਗਲੈਂਡ ਨੇ ਕਿੱਥੇ ਰੱਖੀਆਂ ਜੀ? ਦੱਸੋ, ਬੋਲੋ। ਉਹਨਾਂ ਨੇ ਤੁਸੀਂ ਗੱਲ ਕਰ ਲਓ ਜੀ, ਗੱਲ ਕਰਦੇ ਗੱਲ ਕਰ ਲਓ, ਦੱਸਦੇ
ਹਾਂ ਤੁਸੀਂ ਕਦੀ ਭੈਣ ਜੀ, ਬਹੁਤ ਸੋਹਣਾ ਤੁਹਾਡਾ ਸਵਾਲ ਹੈਗਾ, ਕਦੀ ਤੁਸੀਂ ਇੰਡੀਅਨ ਟੈਲੀਵਿਜ਼ਨ ਦੇਖਿਆ? ਇੰਡੀਆ ਤੋਂ ਜਿਹੜੇ ਡਾਇਰੈਕਟ ਆਉਂਦੇ ਆ ਸੋਸ਼ਲ ਮੀਡੀਆ, ਹਾਂਜੀ ਹਾਂ, ਔਰ ਉਹਦੇ ਤੇ ਤੁਹਾਨੂੰ ਇਹ ਜਿਹੜੀ ਖਬਰ ਉੱਥੇ ਕਦੀ ਦਿਸੀ ਕਿ ਨਹੀਂ ਦਿਸੀ? ਹਾਂਜੀ ਦਿਸੀ। ਤਾਂ ਫਿਰ ਇਹਦੇ ਉਹ ਜਿਹੜਾ ਉਸ ਚੈਨਲ ਤੋਂ ਅਸੀਂ ਦੇਖ ਕੇ ਜਾਂ ਅਸੀਂ ਦੂਜੇ ਮੀਡੀਆ ਤੋਂ ਪੜ੍ਹ ਕੇ ਦੱਸ ਰਹੇ ਹਾਂ, ਇਹਦੇ ਵਿੱਚ ਕੀ ਨੁਕਸਾਨ ਹੈ? ਉਹ ਵੀ ਤਾਂ ਇੰਟਰਨੈਸ਼ਨਲ ਜਾਂਦੀ ਖਬਰ। ਹਾਂ, ਲੇਕਿਨ ਸਾਡਾ ਦੇਸ਼ ਥਰਡ ਵਰਲਡ ਕੰਟਰੀ, ਦੇਖੋ ਮੇਰਾ ਦੇਸ਼ ਗਰੀਬ ਹੈ, ਸਾਡੇ ਦੇਸ਼ ਦੀ ਪਾਪੂਲੇਸ਼ਨ ਬੜੀ ਆ। ਮੈਨੂੰ ਸ਼ਰਮ ਆਉਂਦੀ ਆ ਜਦੋਂ ਆਪਣਾ ਢਿੱਡ ਨੰਗਾ ਤੁਸੀਂ ਇੰਗਲੈਂਡ ਵਿੱਚ ਕਰਦੇ ਹੋ। ਅੱਜ ਬੋਰਿਸ ਜੌਨਸਨ ਨੂੰ ਪੁੱਛੋ, ਜਿਹੜੇ 1 ਮਹੀਨਾ ਪਹਿਲਾਂ 1000 ਬੌਡੀਆਂ। ਸਿਸਟਰ ਇਟਸ ਸੋ ਨਾਈਸ ਤੁਸੀਂ ਟੈਲੀਫੋਨ ਕੀਤਾ, ਐਪਰੀਸ਼ੀਏਟ ਦੈਟ। ਆਪਾਂ ਸਾਰੇ ਆਪਣੇ ਦੇਸ਼ ਨੂੰ ਵੀ ਪਿਆਰ ਕਰਦੇ ਹਾਂ, ਅਸੀਂ ਚਾਹੁੰਦੇ ਕਿ ਸਾਡੇ ਦੇਸ਼ ਦੀ ਰਿਸਪੈਕਟ ਹੋਣੀ ਚਾਹੀਦੀ ਦੁਨੀਆ ਭਰ ਵਿੱਚ। ਇੱਕ ਮਿੰਟ ਪਲੀਜ਼, ਬੜੀ ਮੁਸ਼ਕਲ ਅੰਗਰੇਜ਼ਾਂ ਨੇ ਕੱਢਿਆ ਇੱਥੋਂ। ਅਸੀਂ ਚਾਹੁੰਦੇ ਕਿ ਸਾਡੇ ਦੇਸ਼ ਦਾ ਜਿਹੜਾ ਨਾਮ ਆ ਪੂਰੇ ਦੁਨੀਆ ਵਿੱਚ ਰੋਸ਼ਨ ਹੋਵੇ, ਜਿਹੜਾ ਕਿਸੇ ਟਾਈਮ ਤੇ ਹੁੰਦਾ ਸੀ, ਜਿਹਨੂੰ ਕਿਹਾ ਜਾਂਦਾ ਸੀ ਸੋਨੇ ਦੀ ਚਿੜੀਆ। ਲੋਕੀ ਬਾਹਰੋਂ ਉੱਥੇ ਪੜ੍ਹਨ ਜਾਂਦੇ ਸੀ, ਯੂਨੀਵਰਸਿਟੀਆਂ, ਵਰਲਡ ਕਲਾਸ ਦੀਆਂ ਯੂਨੀਵਰਸਿਟੀਆਂ ਸੀ। ਦੇਸ਼ ਸਾਡਾ ਹੀ ਆ, ਔਰ ਉਹਨੂੰ ਸਵਾਰਨਾ, ਉਹਦੀਆਂ ਖੂਬੀਆਂ ਖਾਮੀਆਂ ਵੀ ਸਾਡੀਆਂ ਹੀ ਆ। ਕੱਲੀ ਧਰਤੀ ਨਹੀਂ ਹੈ ਸਾਨੂੰ, ਧਰਤੀ ਦੇ ਲੋਕ ਜਿਹੜੇ ਆ ਉਹ ਵੀ ਪਿਆਰੇ ਆ, ਜਿਨ੍ਹਾਂ ਨੂੰ ਅੱਜ ਤੱਕ ਜਿਹੜਾ ਲਾਸ਼ਾਂ ਫੂਕਣ ਦਾ ਜਿਹਨਾਂ ਕੋਲ ਮਤਲਬ ਟਾਈਮ ਨਹੀਂ ਹੈਗਾ ਜਾਂ ਉਹਨੂੰ ਸਾਧਨ ਨਹੀਂ ਮਿਲ ਰਿਹਾ ਹੈ, ਜਿਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਫੂਕਣਾ ਚਾਹੀਦਾ, ਉਹਨਾਂ ਨੂੰ ਦਬਾਉਣ ਵਾਸਤੇ ਧਰਤੀ 'ਚ ਮਜਬੂਰ ਆ। ਯੂ ਨੋ, ਤੁਸੀਂ ਦੇਖਿਆ ਹੋਣਾ ਯੂਪੀ ਦੇ ਵਿੱਚ ਉਨਾਵ ਦੇ ਇਲਾਕੇ ਦੇ ਵਿੱਚ, ਉੱਥੇ ਧਰਤੀ ਵਿੱਚ ਰੇਤਾ ਵਿੱਚ ਦਬਾਈਆਂ ਜਾ ਰਹੀਆਂ। ਦੇਖੋ ਜਿਹੜੀਆਂ ਇੰਨੀਆਂ ਮੌਤਾਂ ਹੋ ਰਹੀਆਂ, ਇਹਦੇ ਲਈ ਕੋਈ ਨਾ ਕੋਈ ਜ਼ਿੰਮੇਦਾਰ ਹੋਣਾ ਚਾਹੀਦਾ। ਕੋਈ ਤਾਂ ਜ਼ਿੰਮੇਦਾਰ ਹੈ। ਬੜੀ ਹੈ, ਮੈਂ ਕਹਿੰਦੀ ਇੱਕ ਪ੍ਰਾਈਮ ਮਿਨਿਸਟਰ ਨੇ 10 ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੇ ਬਣਨੇ ਚਾਹੀਦੇ ਆ, ਕੱਲਾ ਵਿਚਾਰਾ ਕੀ ਕਰ ਸਕੇ। ਦੇਖੋ ਭੈਣ ਜੀ, ਗੱਲ ਇਹ ਹੈਗੀ ਆ, ਸਾਡੀ ਵੀ ਸੁਣ ਲਓ, ਸਾਡੀ ਸੁਣ ਲਿਓ ਇੱਕ ਮਿੰਟ, ਫਿਰ ਬੋਲਿਓ। ਇਹ ਹੈਗੀ ਆ ਵੀ ਜਿਹੜੀਆਂ ਖਬਰਾਂ ਹੈਗੀਆਂ ਉਹ ਹੁਣ ਲੁਕੀਆਂ ਛੁਕੀਆਂ ਨਹੀਂ ਹੈ। ਇੰਟਰਨੈਸ਼ਨਲ ਜਿਹੜੀ ਨਿਊਜ਼ ਹੈਗਾ, ਇੰਟਰਨੈਸ਼ਨਲ ਮੀਡੀਆ ਹੈਗਾ ਸਾਰੀ ਦੁਨੀਆ ਦਾ, ਉਹ ਇਸ ਗੱਲ ਦੇ ਉੱਤੇ ਬਹੁਤ ਖਫਾ ਆ ਕਿ ਭਾਰਤ ਦੇ ਵਿੱਚ ਕੀ ਹੋ ਰਿਹਾ। ਔਰ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਅਮਰੀਕਾ, ਆਹ ਮੁਲਕ, ਜਰਮਨ, ਫਰਾਂਸ और उधर आस्ट्रेलिया, इंडोनेशिया, रशिया, सारे दौड़ के पे हो कि इंडिया की हैल्प करो। ये तुसीं देखिया ना, वो हैल्प लिए पे हुआ, क्यों पे हुआ कि उन्होंने तो भी वो जो कुछ इंडिया के हालात हैं वो देखे नहीं जा रहे, और दवाइयाँ भेज रहे हैं, उतों वेंटीलेटर भेज रहे हैं, और उतों ऑक्सीजन भेज रहे हैं, शिपां दे शिप जा रहे हैं। वो इसे करके भेज रहे हैं कि उन्होंने इंडिया के हालात का पता। इस जिहड़ा तुहाडा सवाल है ना, असी भंडी करते इंडिया की, भंडी नहीं करते असी। इंडिया की जो कुछ असलीयत है, जो कुछ लोगों की जिहड़ी उत्थे जान नाल हो रहा, जिहड़ा उत्थे इंटरनैशनल ह्यूमन राइट्स बैठा, उन्हें सरकारां दे कोलों जवाब तलब की मंगी हैगी आ। उन्होंने लिख के कहा कि बॉडियां दरियावां दे विच रुढ़ियां जांदियां, 4 हफ्तियां मैनूं इहदा जवाब दिओ। इंटरनैशनल ह्यूमन राइट्स जिहड़ा हैगा उन्होंने कहा, जे असीं हुण उन्हां दी गल इत्थे टैलीविजन ते दसदे हां तां इह मुल्क दी भंडी नहीं। असीं कहने किदां ਦੀਆਂ ਲਾਸ਼ਾਂ ਤਰਦੀਆਂ ਫਿਰਦੀਆਂ ਹੈਗੀਆਂ ਸਾਹਮਣੇ ਨਾ। ਇਹ ਤੁਹਾਡਾ ਜਿਹੜਾ ਸਵਾਲ ਹੈਗਾ, ਸੋਚਣੀ ਜਿਹੜੀ ਹੈਗੀ ਆ ਬਿਲਕੁਲ ਗਲਤ ਹੈਗੀ ਆ। ਅਸੀਂ ਅਸਲੀਅਤ ਦੱਸਦੇ ਹਾਂ, ਇਹ ਮੀਡੀਆ ਦਾ ਕੰਮ ਹੈ। ਮੈਂ ਇਹ ਕਹਿੰਨੀ ਇਹ ਗਰੀਬੀ ਹੈ, ਜਿਨ੍ਹਾਂ ਲੋਕਾਂ ਕੋਲ ਲੱਕੜੀਆਂ ਦੇ ਪੈਸੇ ਨਹੀਂ ਹੁੰਦੇ। ਉਹ ਨਹਿਰ, ਮੈਂ ਸੰਗਮ ਨਹਾਉਣ ਗਈ 2 ਸਾਲ ਪਹਿਲਾਂ, ਤੇ 4 ਬੌਡੀਆਂ ਵੀਰ ਜੀ ਮੇਰੇ ਅੱਗੋਂ ਲੰਘੀਆਂ। ਇਹ ਤੇ ਬੌਡੀਆਂ ਤੇ ਨਹਿਰ ਦੇ ਵਿੱਚੋਂ ਗੰਗਾ ਚ ਮਿਲਦੀਆਂ ਨੂੰ ਮੈਂ ਤੇ 1000 ਵਾਰੀ ਦੇਖੀਆਂ। ਸੁਣਿਓ, ਹਿੰਦੁਸਤਾਨ ਦੇ ਵਿੱਚ ਇੱਕ ਮਿੰਟ ਸੁਣਿਓ, ਮੋਦੀ ਨੇ ਸਾਰੇ 10 ਦੇਸ਼ਾਂ 'ਚ ਇੰਜੈਕਸ਼ਨ ਭੇਜਿਆ। ਇੱਕ ਮਿੰਟ ਸੁਣਿਓ, ਤੁਹਾਨੂੰ ਗਰੀਬੀ ਦੀ ਦੱਸਾਂ। ਜ਼ੁਲਮ ਸਿਤਮ ਸੁਣਿਓ ਇੱਕ ਮਿੰਟ। ਜ਼ੁਲਮ ਸਿਤਮ ਅਤੇ ਜਹਾਲਤ ਦਾ ਕਹਿਰ ਵਸ ਰਿਹਾ ਹੈ। ਸੁਣਦੇ ਆ? ਜ਼ੁਲਮ ਸਿਤਮ ਅਤੇ ਜਹਾਲਤ ਦਾ ਕਹਿਰ ਵਰਸ ਰਿਹਾ ਹੈ। ਗਰੀਬੀ ਦੀ ਜ਼ਬਾਨ ਕੱਟ ਦਿੱਤੀ ਗਈ ਹੈ। ਗਰੀਬ ਨੂੰ ਗੂੰਗਾ ਅਤੇ ਬਹਿਰਾ ਬਣਾ ਦਿੱਤਾ ਗਿਆ ਹੈ। ਗਰੀਬੀ ਬਾਰੇ ਕੁਝ ਬੋਲਣ
ਜਾਂ ਬਿਆਨ ਕਰਨ ਦੀ ਜ਼ਰੂਰਤ ਨਹੀਂ ਹੈ। ਹਾਂਜੀ ਬੇਮਾਣੀ ਨਿਤਾਣੀ ਬੇਜ਼ਬਾਨ ਹੈ ਗਰੀਬੀ, ਪਰ ਫਿਰ ਵੀ ਮੂੰਹੋਂ ਬੋਲਦੀ ਗਰੀਬੀ ਦੀ ਤਸਵੀਰ ਚਿਲਾ ਚਿਲਾ ਕੇ ਕਹਿ ਰਹੀ ਹੈ, ਮੇਰੇ ਦੇਸ਼ ਵਾਸੀਓ ਖੁਦਾ ਦਾ ਖੌਫ ਕਰੋ, ਕੁਝ ਤਾਂ ਸ਼ਰਮ ਹਿਜ਼ਾ ਕਰੋ। ਜੇਕਰ ਤੁਹਾਡੇ ਵਿੱਚ ਜਰਾ ਵੀ ਇਨਸਾਨੀਅਤ ਦਾ ਮਾਦਾ ਬਾਕੀ ਹੈ, ਇਨਸਾਨੀਅਤ ਦੀ ਕਤਲੋ ਗਾਰਤ ਜ਼ੁਲਮ ਸਿਤਮ ਵੀ ਰਹਿਮ ਦੀ ਦੁਆ ਮੰਗਣ 'ਤੇ ਮਜਬੂਰ ਹੋ ਗਈ ਹੈ ਕਿ ਭਾਰਤ ਮਾਂ ਨੂੰ ਬਖਸ਼ ਦੇਵੋ, ਬਖਸ਼ ਦੇਵੋ, ਬਖਸ਼ ਦੇਵੋ। ਥੈਂਕ ਯੂ ਭੈਣ ਜੀ। ਹਾਂਜੀ ਦਵਿੰਦਰ ਜੀ ਅੱਗੇ ਬੋਲਿਓ। ਜਿਹੜਾ ਸਿਸਟਰ ਨੇ ਗੱਲ ਕੀਤੀ ਹੈਗੀ ਆ, ਠੀਕ ਹੈ, ਆਪਣੇ ਦੇਸ਼ ਨਾਲ ਪਿਆਰ ਹੋਣਾ ਵੀ ਚਾਹੀਦਾ ਸਾਰਿਆਂ ਨੂੰ, ਸਾਨੂੰ ਵੀ ਹੈਗਾ ਕਿ ਅਸੀਂ ਜਿਹੜੀ ਹੈਗੀ ਆ ਬਾਰਡਰ ਕ੍ਰਾਸ ਕਰਕੇ ਗੱਲ ਨਹੀਂ ਕਰਦੇ ਹੈਗੇ। ਹੁਣ ਦੇਖੋ ਕੱਲ ਦੀ ਗੱਲ ਹੈਗੀ ਆ ਕਿ ਮੁਲਕ ਦੇ 12 ਆਪੋਜੀਸ਼ਨ ਪਾਰਟੀਆਂ ਨੇ ਸਾਈਨ ਕਰਕੇ ਪ੍ਰਾਈਮ ਮਿਨਿਸਟਰ ਨੂੰ ਲੈਟਰ ਲਿਖਿਆ। ਓਕੇ ਕਾਲ ਲੈ ਲਈ। ਹੈਲੋ ਜੀ, ਜੈ ਗੁਰਦੇਵ, ਜੈ ਪੀ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ, ਜੈ ਗੁਰਦੇਵ, ਜੈ ਭੀਮ ਜੀ। ਗਗਨ ਬੋਲ ਰਿਹਾ ਕੋਵੈਂਟਰੀ ਤੋਂ ਜੀ। ਹਾਂਜੀ ਗਗਨ ਬੋਲ ਰਿਹਾ ਜੀ ਕੋਵੈਂਟਰੀ ਤੋਂ। ਤੁਹਾਡਾ ਸਵਾਗਤ ਹੈ ਜੀ ਗਗਨ ਜੀ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਹ ਕਿਸੇ ਨੂੰ ਤਾਂ ਗੁੱਸਾ ਕਰਨ ਦੀ ਲੋੜ ਨਹੀਂ ਹੈਗੀ ਅਸਲ ਦੇ ਵਿੱਚ। ਜੀ ਜੀ ਜੋ ਇੰਡੀਆ ਵਿੱਚ ਹੋ ਰਿਹਾ ਸਾਰੀ ਦੁਨੀਆ ਨੂੰ ਦਿਖ ਰਿਹਾ ਉਹ। ਬਿਲਕੁਲ ਹਾਂਜੀ। ਇਹਦੇ ਵਿੱਚ ਹੋਰ ਕੁਝ ਨਹੀਂ, ਸਿਰਫ ਇੰਡੀਅਨ ਗਵਰਨਮੈਂਟ ਦੀ ਨਲਾਇਕੀ ਝਲਕ ਰਹੀ ਪੂਰੀ ਜੀ। ਇੰਡੀਅਨ ਗਵਰਨਮੈਂਟ ਦੀ ਨਲਾਇਕੀ ਪੂਰੀ ਦੁਨੀਆ ਦੇਖ ਰਹੀ ਹੈ ਇਸ ਵੇਲੇ। ਸਾਡੇ ਤੇ ਲੋਕੀ ਹੱਸ ਰਹੇ ਵੀ ਅਸੀਂ ਇੰਡੀਅਨ ਆ ਜੀ। ਬਿਲਕੁਲ ਸਾਨੂੰ ਖੁਦ ਨੂੰ ਸ਼ਰਮ ਆਉਣੀ ਚਾਹੀਦੀ ਕਿ ਅਸੀਂ ਇੰਡੀਅਨ ਹੈਗੇ ਆ, ਪਰ ਅਸੀਂ ਕੁਝ ਕਰ ਨਹੀਂ ਰਹੇ ਉਹਨਾਂ ਗੱਲਾਂ ਬਾਰੇ। ਹਾਂ ਬਿਲਕੁਲ ਬਿਲਕੁਲ ਜੀ। ਇਹ ਗੱਲ ਚਲੋ ਮੈਂ ਇੱਕ ਗੱਲ ਨਾਲ ਸਹਿਮਤ ਹੈਗਾ ਕਿ ਸਾਨੂੰ ਮੀਡੀਆ ਵਿੱਚ ਨਾ ਜਿਹੜਾ ਸਪੈਸ਼ਲੀ ਆਪਣਾ ਟੀਵੀ ਮੀਡੀਆ ਆ ਜੀ, ਇਹਦੇ ਵਿੱਚ ਸਾਨੂੰ ਜਿਹੜੀਆਂ ਲਾਸ਼ਾਂ ਦੀ ਪਿਕਚਰ ਨਹੀਂ ਦਿਖਾਉਣੀ ਚਾਹੀਦੀ, ਕਿਉਂਕਿ ਇਹ ਐਥਿਕਸ ਤੇ ਥੋੜਾ ਜਿਹਾ ਅਗੇਂਸਟ ਹੈਗਾ ਜੀ। ਕਿਉਂਕਿ ਜਦੋਂ ਆਪਾਂ ਲਾਸ਼ਾਂ ਦਿਖਾਉਂਦੇ ਜਾਂ ਆਪਾਂ ਗਲਤ ਪਿਕਚਰ ਦਿਖਾਉਂਦੇ, ਦੁੱਖ ਵਾਲੀਆਂ ਪਿਕਚਰ ਦਿਖਾਉਂਦੇ, ਤਾਂ ਉਹ ਥੋੜਾ ਜੀ ਐਕਟੀਵਿਟੀ ਸ਼ੋ ਹੁੰਦੀ ਆ, ਹੋਰ ਕੁਝ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ। ਥੈਂਕ ਯੂ ਜੀ, ਥੈਂਕ ਯੂ। ਬਾਕੀ ਗੱਲ ਇਹ ਆ ਕਿ ਜੇ ਹੁਣ ਅਸੀਂ ਇਹ ਕਹੀਏ ਕਿ ਮੋਦੀ ਸਾਹਿਬ ਪਹਿਲਾਂ ਬਿਜ਼ੀ ਰਹੇ ਮੰਦਰ ਬਣਾਉਣ ਦੇ ਵਿੱਚ, ਛੇ ਬਿਜ਼ੀ ਰਹੇ ਹੋ ਇਲੈਕਸ਼ਨ ਦੇ ਵਿੱਚ ਜੀ, ਇੱਕ ਲੇਡੀ ਨੂੰ ਹਰਾਉਣ ਦੇ ਲਈ ਪੂਰੀ ਗਵਰਨਮੈਂਟ ਲੱਗੀ ਰਹੀ, ਕਿੰਨੀ ਅਕਲ ਵਾਲੀ ਗੱਲ ਹੈ ਦੱਸੋ ਇਹ। ਬਿਲਕੁਲ ਬਿਲਕੁਲ। ਕੀ ਦੁਨੀਆ ਦੇਖਦੀ ਨਹੀਂ ਕੀ ਹੋ ਰਿਹਾ ਇੰਡੀਆ ਦੇ ਵਿੱਚ? ਦੁਨੀਆ ਅੱਜ ਕੱਲ੍ਹ ਛੋਟਾ ਪਿੰਡ ਬਣ ਗਿਆ ਸਾਰਾ ਜੀ। ਭੈਣ ਜੀ ਹੁਣੀ ਬੋਲਦੇ ਸੀਗੇ, ਚਲੋ ਅਸੀਂ ਕਹਿੰਦੇ ਠੀਕ ਆ ਤੁਹਾਡਾ ਸਵਾਲ ਜਾਇਜ਼ ਹੈ, ਜਦ ਤੁਸੀਂ ਤੁਹਾਡਾ ਗੁੱਸਾ ਜਾਇਜ਼ ਆ, ਪਰ ਜਿਹੜੀ ਗੱਲ ਸਹੀ ਆ ਉਹਨੂੰ ਸਹੀ ਕਹੋ ਪਲੀਜ਼। ਬਿਲਕੁਲ ਬਿਲਕੁਲ। ਦੇਖੋ ਜੀ ਹੁਣ ਇਸ ਵੇਲੇ ਮੋਦੀ ਸਾਹਿਬ ਵਿਸਟਾ ਕੰਪਲੈਕਸ ਬਣਾ ਰਹੇ, ਉੱਥੇ ਆਪਣਾ ਘਰ ਬਣਾ ਰਹੇ ਆ, ਨਵੀਂ ਪਾਰਲੀਮੈਂਟ ਬਣਾ ਰਹੇ, ਉਹਦਾ ਕੀ ਫਾਇਦਾ ਹੁਣ ਦੱਸੋ ਮੈਨੂੰ? ਸਾਡੇ ਕਰੋੜਾਂ। ਹਾਂ ਬਿਲਕੁਲ ਸਹੀ ਗੱਲ ਤੁਹਾਡੀ, ਬਿਲਕੁਲ ਸਹੀ ਗੱਲ। ਅਸਲ ਦੇ ਵਿੱਚ ਜਿਹੜੀ ਗੱਲ ਹੈਗੀ ਨਾ, ਮੈਂ ਇਹ ਕਹਿੰਦਾ ਕਿ ਸਿਵੇ ਬਣਦੇ, ਸਿਵਿਆਂ ਦੇ ਉੱਪਰ ਰੋਟੀਆਂ ਸਿੱਕੀਆਂ ਜਾ ਰਹੀਆਂ, ਹੋਰ ਕੁਝ ਨਹੀਂ। ਹਸਪਤਾਲ ਡਾਕਟਰਾਂ ਤੋਂ ਨਰਸਾਂ ਤੋਂ ਬਗੈਰ ਕਈ ਬੰਦ ਹਨ ਔਰ ਮੈਂ ਹੈਰਾਨ ਆ ਜਿੱਦਾਂ ਲੋੜ ਸੀਗੀ ਉਦੋਂ ਤਾੜੀਆਂ ਵਜਾਈ ਗਏ ਜਾਂ ਥਾਲੀਆਂ ਵਜਾਈ ਗਏ ਜੀ। ਅੱਜ ਹੱਥੋਂ ਗੱਲ ਨਿਕਲ ਗਈ ਤਾਂ ਅਸੀਂ ਰੌਲਾ ਪਾਉਂਦੇ ਆ। ਹਾਂਜੀ, ਅਸੀਂ ਮੰਨ ਲਈਏ ਨਾ ਕਿ ਗਵਰਨਮੈਂਟ ਫੇਲ ਹੋਈ ਹੈ ਤਾਂ ਮੰਨ ਲਈਏ ਇਸ ਗੱਲ ਨੂੰ। ਗਵਰਨਮੈਂਟ ਹੈ ਹੀ ਨਹੀਂ, ਨਖਸਮਾ ਮੁਲਕ ਵਾ ਇਸ ਵੇਲੇ। ਮੈਂ ਕਿਹਾ ਜੀ ਇਸ ਵੇਲੇ ਸਭ ਤੋਂ ਵੱਡੇ ਸਟੂਪਿਡ ਲੋਕ ਇਸ ਵੇਲੇ ਗਵਰਨਮੈਂਟ ਬੈਠੇ, ਮੈਂ ਸਿੱਧੀ ਗੱਲ ਸਾਫ਼ ਕਰਨਾ। ਜਿਨ੍ਹਾਂ ਦੇ ਮਰ ਗਏ ਉਹਨਾਂ ਨੂੰ ਪੁੱਛੋ ਜਾ ਕੇ। ਮੈਂ ਕਿਹਾ ਮਹਾਰਾਜ ਜੀ ਦੇਖੋ, ਰਾਜਨੀਤੀ ਦੇਖਣਾ ਪਰਿਭਾਸ਼ਾ ਆ ਬਹੁਤ ਵਧੀਆ, ਬਹੁਤ ਪੁਰਾਣੇ ਟਾਈਮ ਤੇ ਮੈਂ ਪੜ੍ਹੀ ਸੀਗੀ ਇੱਕ ਜੀ। ਇਹ ਰਾਜਨੀਤੀ ਸਿਰਫ ਸੱਤਾ ਲਈ ਸੰਘਰਸ਼ ਹੈ, ਹੋਇਆ ਵੱਧ ਕੁਝ ਨਹੀਂ ਹੈਗਾ। ਹਾਂਜੀ ਹਾਂਜੀ। ਪਰ ਇਹ ਗੱਲ ਪੂਰੀ ਸਾਬਤ ਹੁੰਦੀ ਅੱਜ ਦੇ ਸਮੇਂ ਦੇ ਵਿੱਚ, ਦੇਖ ਰਹੀ ਸਾਰਿਆਂ ਨੂੰ ਸਾਹਮਣੇ ਜੀ। ਉਸੇ ਵਾਲੀ ਕੋਈ ਗੱਲ ਨਹੀਂ, ਪਰ ਮੈਨੂੰ ਖੁਦ ਨੂੰ ਮੈਂ ਕਹਾਂ ਨਾ, ਮੈਨੂੰ ਇੰਡੀਅਨ ਹੋਣ ਤੇ ਸ਼ਰਮ ਆਉਂਦੀ ਅੱਜ। ਹਾਂਜੀ ਹਾਂਜੀ। ਜੇ ਕਿਸੇ ਨੇ ਇਸ ਗੱਲ ਦਾ ਗੁੱਸਾ ਕਰਨਾ ਕਰੇ, ਪਰ ਮੈਨੂੰ ਖੁਦ ਨੂੰ ਸ਼ਰਮ ਆ ਰਹੀ ਕਿ ਮੈਂ ਇੱਕ ਇੰਡੀਅਨ ਬੰਦਾ ਔਰ ਮੇਰੇ ਦੇਸ਼ ਦੇ ਹਾਲਾਤ ਕੀ ਆ। ਹਾਂਜੀ ਹਾਂਜੀ। ਉਹ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੇ ਘਰ ਦੇ ਬੱਚੇ ਚਲ ਗਏ, ਜਿਨ੍ਹਾਂ ਦੇ ਨੌਜਵਾਨ ਚਲ ਗਏ, ਮਾਂ ਚਲ ਗਈਆਂ, ਜਿਨ੍ਹਾਂ ਨੂੰ ਕਰੇਨਾਂ ਦੇ ਨਾਲ ਚੁੱਕ ਕੇ ਟੋਆਂ 'ਚ ਸਿੱਟਿਆ ਗਿਆ। ਦੇਖੋ ਕਿੰਨੀ ਬੇਕਦਰੀ ਹੈ, ਘਰ ਮਾਰੇ ਹੋਏ ਬੰਦੇ ਦੀ ਬੇਕਦਰੀ ਕਿੰਨੀ। ਜੀ ਜੀ। ਹਾਂਜੀ। ਜਿਉਂਦਿਆਂ ਦੀ ਬੇਕਦਰੀ ਤਾਂ ਹੈਗੀ ਆ, ਮਰਿਆਂ ਦੀ ਬੇਕਦਰੀ ਹੋ ਰਹੀ ਬਹੁਤ ਜ਼ਿਆਦਾ ਉੱਥੇ। ਬਿਲਕੁਲ ਬਿਲਕੁਲ। ਇਨਸਾਨ ਮਰ ਗਿਆ, ਇਨਸਾਨੀਅਤ ਮਰ ਰਹੀ ਆ। ਅਸੀਂ ਸੁਣਿਆ ਸੀਗਾ ਕਿ ਪਹਿਲੇ ਟਾਈਮਾਂ 'ਚ ਏਦਾਂ ਹੁੰਦੀ ਸੀ ਲੋਕਾਂ ਦੇ ਨਾਲ। ਭਾਈ ਸਾਹਿਬ ਅੱਜ ਅਸੀਂ ਪ੍ਰਤੱਖ ਦੇਖਿਆ। ਦੇਖੋ ਜੀ ਸ਼ਰਮ ਹੋਣੀ ਚਾਹੀਦੀ, ਜਿਹੜੇ ਗੱਲ ਹਜੇ ਵੀ ਲੋਕੀ ਨਾ ਗਵਰਨਮੈਂਟ ਦੇ ਪੱਖ ਪੂਰਦੇ, ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਥੋੜੀ ਜਿਹੀ ਬਸ। ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਬ੍ਰਦਰ। ਆਪਣੇ ਦੇਖੋ ਗੱਲ ਕਰਦੇ ਆ ਕਿ ਜੇ ਇੰਡੀਆ ਦਾ ਮੀਡੀਆ, ਜਿਹਨੂੰ ਗੋਦੀ ਮੀਡੀਆ ਵੀ ਕਹਿੰਦੇ ਆਪਾਂ, ਮੋਦੀ ਮੀਡੀਆ ਵੀ ਕਹਿੰਦੇ ਆ ਜੀ ਜੀ, ਜੇ ਉਹਨੇ ਸਰਕਾਰ ਤੋਂ ਸਵਾਲ ਪੁੱਛੇ ਹੁੰਦੇ, ਜੇ ਉਹ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੁੰਦੇ, ਜਿੰਨੇ ਵੀ ਜਿਹੜੇ ਪੱਤਰਕਾਰ ਹੈਗੇ ਉੱਥੇ ਜੀ,
ਤੇ ਜਿਹੜੀ ਸਰਕਾਰ ਜਿਹੜਾ ਹੁਣ ਹਾਲਾਤ ਹੁੰਦੇ ਆ ਇਹ ਹੋਣੇ ਨਹੀਂ ਸੀ। ਬਿਲਕੁਲ ਹਾਲਾਤ ਅਲੱਗ ਹੁੰਦੇ। ਗਵਰਨਮੈਂਟ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਹੈ। ਬਿਲਕੁਲ ਜਦੋਂ ਮੈਨੇਜ ਕੀਤਾ ਸੀਗਾ ਉਹ ਬਿਲਕੁਲ ਇਲੈਕਸ਼ਨ ਲੜਦੇ ਸੀ ਜੀ ਇਲੈਕਸ਼ਨ ਲੜਦੇ ਹੀ। ਕੁੰਭ ਦਾ ਮੇਲਾ ਦੇਖੋ, ਕੁੰਭ ਦਾ ਮੇਲਾ ਕਰਾਉਣ ਵਾਸਤੇ 36 ਮਤਲਬ ਉੱਤਰਾਖੰਡ ਦੇ ਚੀਫ ਮਿਨਿਸਟਰ ਇੱਕ ਜਿਹੜਾ ਰਾਵਤ ਜੀ ਸੀ ਉਹਨਾਂ ਨੂੰ ਬਦਲ ਦਿੱਤਾ ਕਰਕੇ ਉਹ ਮੇਲਾ ਕਰਾਉਣ ਦੇ ਹੱਕ 'ਚ ਨਹੀਂ ਸੀ ਕੁੰਭ ਦਾ। ਉਹਨੂੰ ਹਟਾ ਕੇ ਨਵਾਂ ਚੀਫ ਮਿਨਿਸਟਰ ਉੱਥੇ ਲਾ ਕੇ ਉੱਥੇ ਮੇਲਾ ਕਰਾਇਆ। ਬਿਲਕੁਲ ਔਰ ਸਾਰੇ ਪਾਸੇ ਜਿਹੜੀ ਹੈਗੀ ਬਿਮਾਰੀ ਉਹ ਪੂਰੇ ਭਾਰਤ ਵਿੱਚ ਫੈਲੀ ਹੈ। ਬਿਲਕੁਲ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਭਾਜੀ ਆਪ ਦੋਨਾਂ ਨੂੰ ਨਮਸਕਾਰ। ਹਾਂਜੀ, ਨਾਮ ਬੋਲਿਓ ਜੀ ਭਾਜੀ। ਮੈਂ ਤੇਜੀ ਬੋਲ ਰਿਹਾ ਬੈਡਫੋਰਡ ਤੋਂ। ਤੇਜੀ ਜੀ ਬੈਡਫੋਰਡ। ਹਾਂਜੀ ਤੇਜੀ ਸਾਹਿਬ ਤੁਹਾਡਾ ਸਵਾਗਤ ਹੈ ਜੀ। ਹਾਂਜੀ, ਉਹ ਗੱਲ ਹੈਗੀ ਹੈ ਕਿ ਜੋ ਤੁਸੀਂ ਦੱਸ ਰਹੇ ਹੋ ਇਹ ਕਈਆਂ ਨੂੰ ਅੱਛਾ ਵੀ ਲੱਗਣਾ, ਕਈਆਂ ਨੂੰ ਖਰਾਬ ਵੀ ਲੱਗਣਾ। ਕਿਉਂਕਿ ਉਹ ਗੱਲ ਹੈਗੀ ਹੈ ਕਿ ਜਿਹੜਾ ਜ਼ੁਲਮ ਹੋ ਰਿਹਾ ਹੈ ਇਹ 85% ਤੇ ਹੋ ਰਿਹਾ ਜੀ ਔਰ 15% ਕਰ ਰਿਹਾ ਜੀ ਠੀਕ। ਤੁਸੀਂ ਸਮਝਿਆ ਨਾ ਕਿ ਇਹਨਾਂ ਨੇ ਹੁਣ ਤੁਸੀਂ ਦੇਖ ਲਓ ਉਹਨਾਂ ਨੇ ਸਭ ਕੁਝ ਆਕਸੀਜਨ ਭੇਜੀ ਹੋਈ, ਵੈਂਟੀਲੇਟਰ ਉੱਥੇ ਹੈ ਜੀ, ਪਰ ਉਹ ਉੱਥੇ ਹੈ ਨਾ ਵੇਅਰ ਹਾਊਸ 'ਚ ਪਏ ਹੈ, ਅੱਗੇ ਡਿਸਟ੍ਰੀਬਿਊਟ ਨਹੀਂ ਹੋ ਰਹੇ। ਹਾਂਜੀ ਕਿਉਂ ਨਹੀਂ ਹੋ ਰਹੇ? ਉਹਨਾਂ ਨੂੰ ਕੋਈ ਫਿਕਰ ਨਹੀਂ ਹੈ, ਮਰਦੇ ਮਰੀ ਜਾਣ। ਅਫਸੋਸ ਨਹੀਂ ਕੀਤਾ ਅੱਜ ਤਾਈਂ, ਅਫਸੋਸ ਨਹੀਂ ਹੈ ਉਹਨਾਂ ਦੇ ਪਾਸ। ਕਿਉਂਕਿ ਇਹ ਜਿਹੜੀ ਹੈ ਨਾ, ਇਹ ਜਿਹੜੀ ਲੜਾਈ ਹੈ, ਇਹ ਜਿਹੜੀ ਲੜਾਈ ਹੈਗੀ ਹੈ, ਇਹ ਸਾਨੂੰ ਵਾਪਸ ਨਾ ਗੁਲਾਮ ਬਣਾਉਣਾ ਚਾਹੁੰਦੇ ਆ ਜੀ। ਜਿਸ ਤਰ੍ਹਾਂ ਪਹਿਲਾਂ ਸੀਗਾ ਨਾ ਕਿ ਇੱਕ ਪੰਡਤ ਦੇ ਹੱਥ ਵਿੱਚ ਸਾਰਾ ਹੁੰਦਾ ਸੀਗਾ ਜੀ, ਜਿਹਨੂੰ ਜਿਹੜੀ ਲੜਕੀ ਨੂੰ ਫੜ ਲੈਂਦੇ ਸੀਗੇ। ਹਾਂਜੀ ਉਹਦਾ ਰਾਜ ਸੀਗਾ। ਇਹ ਉਹ ਦੁਬਾਰਾ ਲਿਆਉਣਾ ਚਾਹੁੰਦੇ ਹੈਗੇ ਆ। ਬਿਲਕੁਲ ਹੈਗੀ ਹੈ ਕਿ ਇਹ ਜਿਸ ਵੇਲੇ ਇਹ ਜਿਹੜੀ ਗੱਲ ਹੈ ਨਾ ਹਮੇਸ਼ਾ ਹੁੰਦੀ ਹੈ ਕਿ 85% ਜਿਹੜੇ ਉਹ ਸ਼ੂਦਰ ਹੈ। ਬਿਲਕੁਲ, ਉਹ ਸ਼ੂਦਰ ਰਿਹਾ। ਉਹਨਾਂ ਨੂੰ ਪਛਾਣ ਕਰਨੀ ਚਾਹੀਦੀ ਉਹ ਕੌਣ ਹੈਗੇ ਨੇ, ਕਿਹਨਾਂ ਤੇ ਜ਼ੁਲਮ ਹੋ ਰਿਹਾ ਜੀ। ਪਰ ਜਿੰਨਾ ਚਿਕਰ ਅਸੀਂ ਉਹ ਪਰਖਦੇ ਨਹੀਂ ਆਪਣੇ ਆਪ ਨੂੰ, ਇਹ ਜਿਹੜਾ ਸਾਡੀ ਛੋਟੀ ਜਾਤੀ ਦਾ ਉਹ ਜੀ ਫਲਾਨਾ ਮੈਂ ਉਹਦੇ ਨਾਲ ਉੱਚਾ, ਮੈਂ ਉਹਦੇ ਨਾਲ ਉੱਚਾ, ਇਹ 15% ਨੇ ਸਾਡੇ ਵਿੱਚ ਇਹ ਫਰਕਾਂ ਪਾ ਕੇ ਸਾਨੂੰ ਆਪਸ ਦੇ ਦੁਸ਼ਮਣ ਬਣਾਇਆ ਹੋਇਆ। ਬਿਲਕੁਲ ਹਾਂਜੀ। ਤਾਂ ਉਹ ਜਿਹੜੀ ਦੁਸ਼ਮਣੀ ਹੈ ਉਹ ਹੁਣ ਜਿਹੜੀ ਹੈਗੀ ਆ, ਜਾਂ ਤੇ ਅਸੀਂ ਉਹਨੂੰ ਸੰਭਲ ਕੇ ਖੜੇ ਹੋ ਜਾਈਏ ਤੇ ਬਚ ਜਾਵਾਂਗੇ, ਨਹੀਂ ਤਾਂ ਸਾਡੇ ਫੇਰ ਉਹ ਨਾ ਪਿੱਛੇ ਛਾਪੇ ਫੇਰ ਬੰਦ ਹੋਣੇ ਆ। ਬਿਲਕੁਲ ਇਹ ਕਈਆਂ ਨੂੰ ਨਹੀਂ ਅੱਛਾ ਲੱਗਦਾ, ਪਰ ਜਿਨ੍ਹਾਂ ਦੇ ਛਾਪੇ ਬੰਦ ਹੋਏ, ਜਿਨ੍ਹਾਂ ਨੇ ਗਰੀਬੀ ਝੱਲੀ ਆ, ਤੁਸੀਂ ਆ ਜਿਹੜੇ ਅੱਜ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਗੁਜ਼ਰ ਰਹੇ ਆ, ਉਹਨਾਂ ਦੇ ਕੋਲ ਉਦਾਂ ਹੀ ਰਹਿ ਰਹੇ ਆ ਜਿੱਦਾਂ ਹਜ਼ਾਰਾਂ ਸਾਲ ਪਹਿਲਾਂ ਰਹਿੰਦੇ ਸੀਗੇ। ਬਿਲਕੁਲ, ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ। ਉਹਨਾਂ ਵਾਸਤੇ ਕੋਈ ਪਾਣੀ ਵੀ ਨਹੀਂ ਆ ਪੀਣ ਨੂੰ। ਹਾਂਜੀ ਉਹ ਵਿਚਾਰੇ ਕਹਿੰਦੇ ਉਹਨੂੰ ਕੀ ਫਲੂ ਹੋ ਗਿਆ, ਉਹ ਗੁਜ਼ਰ ਗਿਆ। ਤੇ ਭਾਜੀ ਇਹ ਜੋ ਤੁਸੀਂ ਕਰ ਰਹੇ ਹੋ ਬਿਲਕੁਲ ਠੀਕ ਕਰ ਰਹੇ ਹੋ, ਤੇ ਸੱਚ ਦੱਸਣ ਦੀ ਲੋੜ ਹੈ। ਕਿਉਂਕਿ ਜੇ ਸੱਚ ਦੱਸਾਂਗੇ ਤਾਂ ਦੁਨੀਆ ਨੂੰ ਪਤਾ ਲੱਗੇਗਾ। ਥੈਂਕ ਯੂ ਸਰ, ਥੈਂਕ ਯੂ ਭਾਈ। ਹਾਂਜੀ ਦਵਿੰਦਰ ਜੀ, ਇਹ ਗੱਲ ਕਰਦਾ ਹੈਗਾ ਕਿ ਗੱਲ ਆਪਣੀ ਨਹੀਂ ਹੈਗੀ ਕਿ ਬਈ ਅਸੀਂ ਇੱਥੇ ਬੈਠ ਕੇ ਦੇਸ਼ ਵਿਦੇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹੈਗੇ ਜਾਂ ਲੋਕਾਂ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦੇ ਹੈਗੇ ਆ। ਹੁਣ ਇੰਡੀਆ ਦੇ ਵਿੱਚ ਕੱਲ ਉਹਨਾਂ ਨੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਦਿੱਤੀ, ਮੰਗ ਪੱਤਰ ਦਿੱਤਾ। ਮੁਖਾਲਫਤ ਪਾਰਟੀਆਂ, ਆਪੋਜੀਸ਼ਨ ਪਾਰਟੀਆਂ ਨੇ 12 ਆਪੋਜੀਸ਼ਨ ਪਾਰਟੀਆਂ, ਉਹਨਾਂ ਵਿੱਚ 4 ਜਿਹੜੇ ਮੌਜੂਦਾ ਜਿਹੜੇ ਚੀਫ ਮਿਨਿਸਟਰ ਹੈਗੇ, ਜਿਹੜੇ ਕਿ ਇੱਕ ਮਮਤਾ ਬੈਨਰਜੀ ਆਪਣੇ ਵੈਸਟ ਬੰਗਾਲ ਤੋਂ, ਮਹਾਰਾਸ਼ਟਰ ਦੇ ਚੀਫ ਮਿਨਿਸਟਰ ਉद्धਵ ਠਾਕਰੇ ਜੀ, ਤਾਮਿਲਨਾਡੂ ਦੇ ਚੀਫ ਮਿਨਿਸਟਰ MK ਸਟਾਲਿਨ ਜੀ, ਔਰ ਝਾਰਖੰਡ ਦੇ ਚੀਫ ਮਿਨਿਸਟਰ हेमंत सोरेन जी। ਇੱਥੇ ਰੁਕੇ ਹੋਏ ਜੀ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਜੈ ਗੁਰਦੇਵ, ਜੈ ਭੀਮ ਜੀ, ਜੈ ਭਾਰਤ ਜੀ। ਪ੍ਰੇਮਾਨ ਜੀ, ਤੁਹਾਡਾ ਸਵਾਗਤ ਹੈ ਜੀ। ਦੇਖੋ ਜੀ, ਕਿੰਨਾ ਚਿਰ ਅਸੀਂ ਭਾਰਤ ਦੀ ਜਿਹੜੀ ਉਹ ਹਾਲਤ ਆ ਉਹਨੂੰ ਲੁਕੋ ਕੇ ਰੱਖਾਂਗੇ ਜੀ। ਇੱਕ ਦਿਨ ਤਾਂ ਦੁਨੀਆ ਦੇ ਸਾਹਮਣੇ ਆਉਣੀ ਆ ਜੀ। ਆ ਇੱਕ ਸਾਡੀ ਭੈਣ ਜਿਹੜੀ ਆ ਮੋਦੀ ਦੀ ਸਿਸਟਰ ਲੱਗਦੀ ਸੀ ਮੇਰੇ ਖਿਆਲ ਹੈ, ਉਹ ਜਿਹੜੀ ਕਿ ਉਹਨਾਂ ਨੂੰ ਇਤਰਾਜ਼ ਕੀਤਾ ਉਹਨਾਂ ਨੇ। ਤੇ ਦੇਖੋ, ਕਿਉਂਕਿ ਇਹ ਅਗਰ ਇੰਡੀਆ ਦੀ ਹਾਲਤ ਅੱਛੀ ਹੁੰਦੀ ਤਾਂ ਭੈਣ ਜੀ ਇੱਥੇ ਕਿਉਂ ਆਉਂਦੀ? ਜੀ। ਇੱਥੇ ਆ ਕੇ ਉਹ ਇਤਰਾਜ਼ ਕਰਦੀ ਆ ਸਾਡੇ ਤੇ,
ਕਿਹਦਾ ਨਾ ਇੱਥੇ ਤੇ ਜਿਹੜਾ ਪ੍ਰਾਈਮ ਮਿਨਿਸਟਰ ਜੌਨਸਨ ਨੇ ਉਹਨਾਂ ਨੇ ਜਿਹੜੀਆਂ ਲਾਸ਼ਾਂ ਸੀਗੀਆਂ ਉਹ ਦਰਿਆ ਦੇ ਵਿੱਚ ਨਹੀਂ ਰੋੜੀਆਂ ਜੀ ਤੇ ਉਹਨਾਂ ਨੇ ਇਲਾਜ ਲੱਭਿਆ ਆਉਂਦਾ ਔਰ ਸਾਰਾ ਕੁਝ ਕੀਤਾ, ਹਰ ਇੱਕ ਬੰਦੇ ਦੀ ਉਹਨਾਂ ਨੇ ਲੋਕਾਂ ਆਫਰ ਕੀਤੀ ਆ, ਲੋਕਾਂ ਨੂੰ ਘਰਾਂ ਦੇ ਵਿੱਚ ਰਾਸ਼ਨ ਵੀ ਪਹੁੰਚਾਇਆ ਔਰ ਪੈਸੇ ਵੀ ਦਿੱਤੇ ਆ ਔਰ ਫਰਲੋ ਦਿੱਤੀ ਆ। ਲੇਕਿਨ ਉੱਥੇ ਕੋਈ ਪੁੱਛਦਾ, ਉੱਥੇ ਕੋਈ ਗਰੀਬ ਮਰਦਾ ਮਰ ਜਾਏ ਉਹਨੂੰ ਕਿਸੇ ਨਾਲ ਨਹੀਂ ਕੋਈ ਵੀ ਅਫਸੋਸ ਵੀ ਨਹੀਂ ਕੀਤਾ ਪ੍ਰਾਈਮ ਮਿਨਿਸਟਰ ਨੇ। ਹਾਂਜੀ, ਉਹਨੇ ਅੱਜ ਤੱਕ ਨਹੀਂ ਕਿਹਾ ਮੈਂ ਆਪਣੀ ਰਿਸਪੌਂਸਿਬਿਲਿਟੀ ਲੈਣਾ। ਔਰ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਹੋਵੇ ਔਰ ਇੱਕ ਹੋਮ ਮਿਨਿਸਟਰ ਹੋਵੇ, ਉਹਨਾਂ ਦੀ ਡਿਊਟੀ ਕੀ ਬਣਦੀ ਆ ਕਿ ਉਹਨਾਂ ਦੀ ਡਿਊਟੀ ਇਹ ਬਣਦੀ ਆ ਕਿ ਮੇਰੇ ਦੇਸ਼ ਦਾ ਹਰ ਨਾਗਰਿਕ ਔਰ ਸਹੀ ਸਲਾਮਤ ਰਵੇ ਔਰ ਇਲਾਜ ਕਰਨ ਦਾ ਉਹਨਾਂ ਦਾ ਫਰਜ਼ ਬਣਦਾ। ਹੁਣ ਦੇਖੋ ਜਿਹੜਾ ਨਾ 20,000 ਕਰੋੜ ਦਾ ਨਵਾਂ ਪਾਰਲੀਮੈਂਟ ਬਣਾ ਰਿਹਾ ਔਰ 8,500 ਕਰੋੜ ਦੇ ਕਿਤੇ ਨਾ ਆਪਣੇ ਐਰੋਪਲੇਨ ਲਏ ਉਹਨੇ, 30,000 ਕਰੋੜ ਦੀ ਉਹਨੇ ਇੱਕ ਮੂਰਤੀ ਬਣਾਈ ਆ। ਇਹ ਤਾਂ ਸਿਰਫ ਛੋਟਾ ਜਿਹਾ ਖਰਚਾ ਆ। ਅਗਰ ਉਸ ਪੈਸਿਆਂ ਦੇ ਨਾਲ ਹਸਪੀਟਲ ਬਣਾਉਂਦੇ ਔਰ ਆਕਸੀਜਨ ਪਲਾਂਟ ਲਾਉਂਦੇ ਤਾਂ ਦੁਨੀਆ ਸਾਰੀ ਭਾਰਤ ਦੀ ਜਿਹੜੀ ਉਹ ਸਹੀ ਸਲਾਮਤ ਰਹਿ ਸਕਦੀ ਸੀ, ਉਹ ਕੁਛ ਨਾ ਕੁਛ ਬਚਾਅ ਹੋ ਸਕਦਾ। ਲੇਕਿਨ ਅਸੀਂ ਆਪਣੀ ਗਵਰਨਮੈਂਟ ਨੂੰ ਬਚਾਉਣ ਦੀ ਖਾਤਰ ਅਸੀਂ ਕਿੱਦਾਂ ਬਾਹਰਲੇ ਲੋਕਾਂ ਨੂੰ ਕਿਉਂ ਨਾ ਦੱਸੀਏ ਕਿ ਸਾਡੇ ਲੋਕਾਂ ਨਾਲ ਗਰੀਬਾਂ ਨਾਲ ਕੀ ਹੋ ਰਿਹਾ। ਸਿਰਫ ਜਿਹੜੇ 15% ਲੋਕ ਆ ਨਾ, ਇਹ 85% ਲੋਕਾਂ ਤੇ ਜ਼ੁਲਮ ਕਰ ਰਹੇ ਆ ਤੇ ਅਸੀਂ ਲੋਕ ਜਿਹੜਾ ਉਹ ਜ਼ੁਲਮ ਸਹਿ ਰਹੇ ਆ, ਕਿੰਨਾ ਕੁ ਸਹਿੰਦੇ ਰਵਾਂਗੇ। ਲੇਕਿਨ ਭਾਰਤ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੀ ਜਿਹੜੀਆਂ ਪਾਰਟੀਆਂ ਇਹਨਾਂ ਦਾ ਬਾਈਕਾਟ ਕਰਕੇ ਉਹ ਪਾਰਟੀਆਂ ਲਿਆਉਣੀਆਂ ਚਾਹੀਦੀਆਂ ਜਿਹੜੇ ਕਿ ਇਨਸਾਨੀਅਤ ਦੀ ਲੋਕ ਆਫਰ ਕਰ ਸਕਣ। ਬਿਲਕੁਲ ਹਾਂਜੀ, ਮੈਂ ਤਾਂ ਸਿਰਫ ਇੰਨਾ ਹੀ ਕਹੂੰਗਾ ਕਿ ਇਹ ਲੁਕਾਉਣ ਦੀ, ਦੇਖੋ ਗੰਗਾ ਲੋਕੀ ਗੰਗਾ ਦੇ ਵਿੱਚ ਆਸਤ ਤਾਰਨ ਜਾਂਦੇ ਆ, ਉਹ ਤਾਂ ਜਿਹਦੇ ਬੰਦੇ ਸਿੱਟੀ ਜਾਂਦੇ ਆ ਹਾਂਜੀ। ਤੇ ਕਿੰਨਾ ਮਤਲਬ ਦੇਖ ਕੇ ਆਦਮੀ ਨੂੰ ਦੁੱਖ ਲੱਗਦਾ ਦਿਲ ਨੂੰ, ਕਿਹਨੂੰ ਦੱਸਿਆ ਜਾਵੇ, ਉੱਥੇ ਸੁਣਨ ਵਾਲਾ ਕੋਈ ਨਹੀਂ ਹੈ। ਦਾੜੀ ਵਧਾਈ ਜਾਂਦਾ, ਦਾੜੀ ਬਦਲਣ ਨਾਲ ਤਾਂ ਕੁਝ ਨਹੀਂ ਹੋ ਸਕਦਾ। ਹਾਂਜੀ, ਇੰਨਾ ਮੈਂ ਕਹਿੰਦਾ ਹਾਂ ਜੀ, ਮੈਂ ਤੁਹਾਡਾ ਟਾਈਮ ਦੇਣ ਦਾ ਬਹੁਤ ਵਧੀਆ ਹੈ ਕਿ ਦਿਲ ਨੂੰ ਦੁੱਖ ਲੱਗਦਾ, ਦੱਸੀਏ ਉੱਥੇ ਉਹ ਕੌਣ ਦੱਸੇ, ਉਹਨਾਂ ਦੀ ਗਰੀਬਾਂ ਦੀ ਕੋਈ ਸੁਣਨ ਵਾਲਾ ਨਹੀਂ ਹੈਗਾ। ਥੈਂਕ ਯੂ ਪ੍ਰੇਮ ਜੀ, ਥੈਂਕ ਯੂ। ਹਾਂਜੀ, ਮੈਂ ਗੱਲ ਕਰਦਾ ਸੀਗਾ, ਦੇਖੋ 4 ਤਾਂ ਜਿਹੜੇ ਚੀਫ ਮਿਨਿਸਟਰ ਹੈਗੇ ਆ ਹੈਨਾ, ਉਹ ਫਿਰ ਉਹਨਾਂ ਦੇ ਵਿੱਚ ਜਿਹੜੇ ਪਹਿਲੇ ਚੀਫ ਮਿਨਿਸਟਰ ਵੀ ਹੈਗੇ, ਫਾਰੂਕ ਅਬਦੁੱਲਾ ਜੀ ਚੀਫ ਮਿਨਿਸਟਰ ਰਹਿ ਚੁੱਕੇ ਆ, ਅਖਿਲੇਸ਼ ਯਾਦਵ ਜੀ ਰਹਿ ਚੁੱਕੇ ਆ ਔਰ HD ਦੇਵਗੌੜਾ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਆ ਔਰ ਜਿਹੜੇ CPM ਜਨਰਲ ਸੈਕਟਰੀ ਸੀਤਾਰਾਮ ਯੇਚੂਰੀ ਜੀ, ਬਹੁਤ ਸਾਰੇ ਮੇਨ ਜਿਹੜੇ ਵੱਡੇ ਲੀਡਰ ਹੈਗੇ ਆ, ਉਹਨਾਂ ਨੇ ਸਾਈਨ ਕੀਤੇ ਆ ਉਸ ਜਿਹੜੀ ਮੰਗ ਪੱਤਰ ਦਿੱਤਾ ਹੈਗਾ। ਹਾਂਜੀ, ਠੀਕ ਹੈ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ? ਜੈ ਗੁਰਦੇਵ, ਜੈ ਭੀਮ, ਜੈ ਭਾਰਤ, ਸਲਾਮ ਅਲੈਕਮ। ख्वाजा अहमद रोजा ਮਨਾ ਗਿਆ ਜੀ, ਈਦ ਦੀ ਮੁਬਾਰਕਾਂ ਤੁਹਾਨੂੰ ਦੇ ਰਿਹਾ ਸਾਰੇ ਵੀਰਾਂ ਨੂੰ। ਥੈਂਕ ਯੂ ਜੀ, ਤੁਹਾਨੂੰ ਵੀ ਜੀ, ਥੈਂਕ ਯੂ। ਹਾਂਜੀ, ਕੀ ਸੋਹਣੀਆਂ ਗੱਲਾਂ ਕਰ ਰਹੇ ਹੋ ਲੋਕ ਜੀ। 2 ਪੁਆਇੰਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਯੂਪੀ ਦੇ ਜੀ। ਇੱਕ ਤੇ ਇੱਕ ਬ੍ਰਾਹਮਣ ਆ ਯੂਪੀ ਦਾ, ਤੇ ਉਹਨੇ ਬੜਾ ਚੰਗਾ ਨਿਚੋੜ ਕੱਢ ਕੇ ਮੋਦੀ ਦਾ ਦੱਸਿਆ ਕਿ ਇਹਦੇ ਸਿਰ ਤੇ ਬੜਾ ਪਾਪ ਤੇ ਸਾਡੇ ਪੂਰੇ ਦੇਸ਼ ਤੇ ਪਾਪ ਨੇ ਆ ਕੇ ਬਹਿ ਗਿਆ, ਤੇ ਜਦ ਤੱਕ ਇਹ ਜਾਂਦਾ ਨਹੀਂ ਤੇ ਇਹ ਮਸਲਾ ਨਹੀਂ ਹੱਲ ਹੋਣਾ। ਉਹ YouTube ਬਣੀ, ਉਹਦੀ ਬੜੀ ਜ਼ਬਰਦਸਤ ਉਹਨੇ ਨਿਚੋੜ ਕੱਢ ਕੇ ਦੱਸੀ ਬ੍ਰਾਹਮਣ ਤੋਂ। ਉਹਨੇ ਦੱਸਿਆ ਵੀ ਇਹ ਜਿਹੜੀ ਮਨੂੰ ਨੇ ਜਿਹੜੀ ਕਿਤਾਬ ਲਿਖੀ ਉਹਦੇ ਵਿੱਚ ਉਹਨੇ ਕਿਹਾ ਕਿ ਤੇਲੀ ਆ, ਤੇ ਮਨੂੰ ਦੀ ਕਿਤਾਬ ਕਹਿੰਦੀ ਕਿ ਤੇਲੀ ਆਏ ਤੇ ਨੱਪ ਜਾਓ, ਘਰ ਵਾਪਸ ਆ ਜਾਓ, ਉਹਦੇ ਕੋਲ ਨੇੜੇ ਨਾ ਜਾਓ। ਤੇ ਉਹ ਕਹਿ ਰਿਹਾ, ਬ੍ਰਾਹਮਣ ਕਹਿ ਰਿਹਾ ਸੀ ਕਿ ਤੇਲੀ ਹੈਗਾ। ਉਹਦੇ ਨੇ ਕਿਹਾ ਆਪਣਾ ਮੋਦੀ ਨੇ, ਉਹਨੇ ਇਹ ਨਹੀਂ ਕਿਹਾ ਕਿ ਮੈਂ ਆਸ ਪਾਸ ਨੂੰ ਮਦਦ ਦੇ ਖਿਲਾਫ ਦੀ ਹਾਮੀ ਹੈਗਾ। ਉਹਨੇ ਕਿਹਾ ਕਿ ਇਹਦੀ ਖਤਰਨਾਕ ਦੱਸਿਆ ਮੋਦੀ ਦਾ। ਦੂਸਰਾ ਸਰ, ਮੈਂ ਤੁਹਾਨੂੰ ਮੁਸਲਮਾਨਾਂ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਯੂਪੀ ਦੇ, ਪਤਾ ਨਹੀਂ ਤੁਸੀਂ ਅਵੇਅਰ ਹੋ ਕਿ ਨਹੀਂ, ਯੂਪੀ ਦੇ ਸਭ ਤੋਂ ਵੱਡੇ ਸ਼ਹਿਰਾਂ 'ਚ ਨਾ ਉਹ ਜਿਹੜਾ ਇੱਕ ਸਵਾਮੀ ਬੈਠਾ ਸਰਸਵਤੀ, ਤੇ ਉਹ ਪ੍ਰੋਫਿਟ ਸਾਡੇ ਪ੍ਰੋਫਿਟ ਆਫ ਇਸਲਾਮ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਾ ਬੜਾ ਬੇਅਦਬੀ ਕਰ ਰਿਹਾ, ਗਾਲਾਂ ਗਲੋਚਾ ਕਰ ਰਿਹਾ, ਇਸਲਾਮ ਧਰਮ ਨੂੰ ਬੁਰਾ ਭਲਾ ਕਹਿ ਰਿਹਾ। ਤੇ ਉਹਦਾ ਮੁਸਲਮਾਨਾਂ ਨੇ ਨਾ ਇੱਕ ਬੜਾ ਜ਼ਬਰਦਸਤ ਚੈਲੰਜ ਕੀਤਾ। ਸਾਰੇ ਯੂਪੀ ਦੇ ਮੁਸਲਮਾਨ ਵੱਡੇ ਸ਼ਹਿਰਾਂ 'ਚ ਨਾ ਬੜਾ ਅੱਗੇ ਕੀ ਆ ਰਹੇ ਨੇ ਤੇ ਬੜਾ ਸਖਤ ਕਿਸਮ ਦਾ ਫਸਾਦ ਖੜਾ ਹੋ ਰਿਹਾ। ਤੇ ਮੈਂ ਸਿਰਫ ਦੱਸਣਾ ਚਾਹੁੰਦਾ ਸਾਹਿਬ ਆਪਣੇ ਮੁਸਲਮਾਨਾਂ ਵੀਰਾਂ ਨੂੰ ਦੱਸਿਆ, ਤੇ ਉਹ ਦੂਸਰੀ ਆਪਣੇ ਜੇ ਭੀਮ ਵਾਲਿਆਂ ਨੇ ਮੈਨੂੰ ਦੱਸਿਆ ਕਿ ਇਹ ਬੜੀ ਵੱਡੀ ਮੋਦੀ ਦੀ ਸਾਜ਼ਿਸ਼ ਹੈਗੀ ਹੈ ਕਿ ਮੁਸਲਮਾਨਾਂ ਜਾਂ ਦੂਸਰੇ
ਅਟੈਂਸ਼ਨ ਹਟਾਉਣ ਵਾਸਤੇ ਇਹ ਜਿਹੜੀਆਂ ਨਲਾਇਕੀਆਂ ਹੁਕੂਮਤੀਆਂ ਹੋਈਆਂ ਨਾ ਇਹ ਵਾਇਰਸ ਉਹਨੂੰ ਹਟਾਉਣ ਵਾਸਤੇ ਨਾ ਤੇ ਇਹ ਮੁਸਲਮ ਹਿੰਦੂ ਫਸਾਦ ਜਾਂ ਰਵੀਦਾਸੀਆਂ ਕੌਮ ਦੇ ਦੂਸਰਿਆਂ ਦੀ ਫਸਾਦ ਖੜਾ ਕਰਦੇ ਹੋ ਹਟਾਉਣ ਦੀ ਟੈਨਸ਼ਨ ਤੇ ਖਾਮ ਦੀ ਗੱਲ ਉਹਨੇ ਛੇੜ ਲਈ ਪ੍ਰੋਫੈਸਰ ਨੂੰ ਪੜਾ ਇਸਲਾਮ ਤੇ ਇਸਲਾਮ ਪੜਾ ਦੋ ਏਡੇ ਸਖਤ ਮੁਸਲਮਾਨ ਜੋਸ਼ੀਲੇ ਹੋਏ ਨੂੰ ਕਹਿੰਦੇ ਅਸੀਂ ਮਰਨ ਨੂੰ ਤਿਆਰ ਹੈ ਇਹ ਕਰਨ ਨੂੰ ਤਿਆਰ ਹੈ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਹਕੂਮਤ ਜਾਂ ਯੂਪੀ ਦਾ ਜਿਹੜਾ ਚੀਫ ਮਿਨਿਸਟਰ ਹੈਗਾ ਕਿ ਉਹ ਇੰਨੀ ਦੁੱਖ ਦੀ ਘੜੀ ਕੌਮ ਮਰ ਰਹੀ ਹੈ ਤੇ ਇਹ ਕੀ ਪਾਕਿਸਤਾਨ ਦਾ ਕਿ ਬੁਰਾ ਭਲਾ ਮਿਸਾਲ ਦੇ ਤੌਰ ਤੇ ਬਾਬੇ ਗੁਰੂ ਰਾਮਦਾਸ ਨੂੰ ਜਾਂ ਕੋਈ ਮੁਹੰਮਦ ਸਾਹਿਬ ਦੇ ਬਾਰੇ ਪੂਰਾ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦੇਵੇ ਉਹ ਆਪਣੇ ਆਪ ਨੂੰ ਰੱਬ ਦਾ ਏਜੰਟ ਕਹਾਉਂਦਾ ਯੂਪੀ ਦਾ ਚੀਫ ਮਿਨਿਸਟਰ ਰੱਬ ਦਾ ਏਜੰਟ ਆ ਕਹਿੰਦਾ ਮੈਂ ਔਰ ਜੋ ਮਰਦਾ ਹੈਗਾ ਉਹ ਕਹਿੰਦਾ ਮਰਦੇ ਹੋ ਕੀੜੀਆਂ ਮਕੌੜੇ ਆ ਕੋਈ ਗੱਲ ਨਹੀਂ ਜੀ ਜੀ ਹਾਂਜੀ ਥੈਂਕ ਯੂ ਤੁਹਾਡਾ ਪਾਰਟੀਸਪੇਟ ਕਰਨ ਦਾ ਜੀ ਥੈਂਕ ਯੂ ਜੀ ਮਿਹਰਬਾਨੀ ਹਾਂਜੀ ਸੋ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੀ ਗੱਲ ਅਸੀਂ ਨਹੀਂ ਕਰਦੇ ਇੱਥੇ ਇੰਡੀਆ ਵਿੱਚ ਵੀ ਸਾਰੀਆਂ ਪਾਰਟੀਆਂ ਸਾਰੇ ਜਿਹੜੇ ਵੀ ਮਾਨਵਤਾਵਾਦੀ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਵੀ ਹਮਦਰਦੀ ਹੈਗੀ ਆ ਮਾਨਵਤਾ ਦੇ ਨਾਲ ਜਿਹੜੇ ਲੋਕਾਂ ਦੇ ਦੁੱਖ ਨੂੰ ਮਹਿਸੂਸ ਕਰਦੇ ਆ ਉਹ ਸਾਰੇ ਗੱਲ ਕਰਦੇ ਆ ਕਿ ਜੋ ਵੀ ਹੋ ਰਿਹਾ ਉੱਥੇ ਮਾੜਾ ਹੋ ਰਿਹਾ ਹੁਣ ਗੱਲ ਕਰਦੇ ਸੀ ਕਿ ਬਾਹਰਲੀਆਂ ਜਿਹੜੀਆਂ ਕੰਟਰੀਆਂ ਹੈਗੀਆਂ ਉਹਨਾਂ ਨੇ ਏਡ ਭੇਜੀ ਹੈਗੀ ਆ ਏਡ ਭੇਜੀ ਆ ਉਹਨਾਂ ਨੂੰ ਪਤਾ ਹੀ ਆ ਵੀ ਉੱਥੇ ਦੇ ਕੀ ਹਾਲਾਤ ਹੈਗੇ ਆ ਲੁਕੀ ਛਿਪੀ ਗੱਲ ਨਹੀਂ ਹੈ ਪਰ ਅਫਸੋਸ ਇਹ ਆ ਕਿ ਉਹਨਾਂ ਨੂੰ ਇਹ ਵੀ ਪਤਾ ਕਿ ਸਾਡੀ ਜਿਹੜੀ ਏਡ ਪਈ ਆ ਉਹ ਏਅਰਪੋਰਟ ਤੇ ਚਲੇ ਗਈ ਆ ਹਫ਼ਤਾ ਉੱਥੇ ਪਈ ਹੈਗੀ ਉਹ ਡਿਸਟ੍ਰੀਬਿਊਟ ਨਹੀਂ ਕਰਦੇ ਜਿੱਥੇ ਲੋੜ ਹੈਗੀ ਉਧਰ ਲੋਕ ਹਸਪਤਾਲਾਂ ਵਿੱਚ ਮਰ ਰਹੇ ਆ ਮਤਲਬ ਇੰਨਾ ਵੀ ਸਾਧਨ ਹੈ ਨਹੀਂ ਕਿ ਆਪਾਂ 에어ਪੋਰਟ ਤੋਂ ਡਿਸਟ੍ਰੀਬਿਊਟ ਕਰ ਲਈਏ ਬਿਲਕੁਲ ਠੀਕ ਹੈ ਹੈਲੋ ਜੀ ਜੈ ਗੁਰਦੇਵ ਜੈ ਪੀਂਗ ਕੌਣ ਤੇ ਕਿੱਥੋਂ ਸਾਹਿਬ ਜੀ ਹੈਲੋ ਜੀ ਮੈਂ ਜੈ ਗੁਰਦੇਵ ਜੀ ਮੈਂ ਸਿੱਧਾ ਰੰਧਾਵਾ ਬੋਲਦਾ ਹਾਂ ਜੀ ਰੰਧਾਵਾ ਸਾਹਿਬ ਹਾਂ ਜੀ ਮੈਂ ਉਹ ਪਹਿਲਾ ਕੋਲ ਜਿਹੜਾ ਆਇਆ ਸੀ ਮੈਂ ਆਪਣੇ ਦੇਖਾ ਤਾਂ ਉਹਨਾਂ ਦੀ ਬੁੱਧੀ ਜਿਹੜੀ ਹੈ ਨਾ ਉਹ ਮੋਦੀ ਵਰਗੀ ਆ ਜੀ ਉਹਨੂੰ ਇਹਨੇ ਪੁੱਛੇ ਕਿ ਤੂੰ ਇੱਥੇ ਕੀ ਕਰਦੇ ਜਿਹਨੂੰ ਇੰਨਾ ਇੰਡੀਆ ਦਾ ਦਰਦ ਆ ਤਾਂ ਇੰਡੀਆ ਕਾਹਦੇ ਚੱਲ ਜਾਂਦੀ ਇੱਥੇ ਜੋ ਪੈਨਸ਼ਨ ਲੈਂਦੀ ਆ ਬੈਨੀਫਿਟ ਲੈਂਦੀ ਆ ਉੱਥੇ ਚਲੇ ਜਾਵੇ ਉਹ ਮੋਦੀ ਨੂੰ ਦਊਗਾ ਪੈਨਸ਼ਨ ਜੀ ਨਾਲ ਇਹਨੂੰ ਇਹ ਵੀ ਪਤਾ ਹੋ ਜਾਏ ਮੋਦੀ ਨੂੰ 8 ਸਾਲ ਹੋ ਗਏ ਆ ਤੇ ਕਿੰਨੇ ਹਸਪਤਾਲ ਬਣਾਏ ਆ ਸਕੂਲ ਕਿੰਨੇ ਬੰਦ ਕੀਤੇ ਆ ਹਾਂਜੀ ਜਿੱਦਾਂ ਇੱਕ ਕਹਾਵਤ ਨਹੀਂ ਹੈਗੀ ਆ ਮੈਂ ਸੁਣਾਉਣਾ ਲੰਗੜਾ ਨੱਚੇ ਤੇ ਗੂੰਗਾ ਗਾਵੇ ਲੁੱਚਾ ਢੋਲ ਵਜਾਵੇ ਇਹਨਾਂ ਦੀ ਇਹੋ ਗੱਲ ਆ ਥੈਂਕ ਯੂ ਹਾਂਜੀ ਓਕੇ ਥੈਂਕ ਯੂ ਜੀ ਥੈਂਕ ਯੂ ਹਾਂਜੀ ਦੇਖੋ ਇਹੀ ਗੱਲ ਹੈਗੀ ਔਰ ਉਹਨਾਂ ਨੇ ਬੜੀਆਂ ਮੰਗ ਕੀਤੀ ਹੈਗੀ ਆ ਕਿ ਜਿਹੜਾ ਹਾਂਜੀ ਆਪਣੇ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਵਿੱਚ 35,000 ਕਰੋੜ ਰੁਪਈਆ ਪਿਆ ਆ ਉਹਦਾ ਕੀ ਬਣਦਾ ਆ ਵੀ ਹੁਣ ਜੇ ਹੁਣ ਨਹੀਂ ਯੂਜ਼ ਕਰਨਾ ਤਾਂ ਕਦੋਂ ਯੂਜ਼ ਕਰਨਾ ਕਿਹੜੇ ਕੰਮ ਲਈ ਉਹ ਜਮ੍ਹਾਂ ਕੀਤਾ ਉੱਥੇ ਹਾਂਜੀ ਔਰ ਉਹਨਾਂ ਨੇ ਡਿਮਾਂਡ ਕੀਤੀ ਕਿ ਸਾਰਿਆਂ ਨੂੰ ਵੈਕਸੀਨ ਜਿਹੜੀ ਆ ਫ੍ਰੀ ਮਿਲਣੀ ਚਾਹੀਦੀ ਔਰ ਤੁਰੰਤ ਮਿਲਣੀ ਚਾਹੀਦੀ ਹੈਗੀ ਹਾਂ ਪਿਆਰੇ ਦਰਸ਼ਕੋ ਇੱਕ ਖਬਰ ਆ ਅਸੀਂ ਆਪਣੇ ਕੋਲੋਂ ਨਹੀਂ ਦੱਸਦੇ 12 ਪਾਰਟੀਆਂ ਨੇ ਆਪਣੀ ਡਿਮਾਂਡ ਪੱਤਰ 'ਚ ਲਿਖਿਆ ਹੈਲੋ ਜੀ ਜੈ ਗੁਰਦੇਵ ਜੈ ਪੀਂਗ ਕੌਣ ਤੇ ਕਿੱਥੋਂ ਸਾਹਿਬ ਜੀ ਹਾਂਜੀ ਹਾਂਜੀ ਜੈ ਗੁਰੂਦੇਵ ਧੰਨ ਗੁਰੂਦੇਵ ਮੈਂ ਇੱਕ ਗੱਲ ਪੁੱਛਣਾ ਭੁੱਲ ਗਈ ਉਹ ਇਹ ਸੀਗੀ ਕਿ ਜਦੋਂ 1 ਮਹੀਨਾ ਪਹਿਲਾਂ ਜਦੋਂ ਸੈਕਿੰਡ ਵੇਵ ਇੰਗਲੈਂਡ 'ਚ ਆਈ ਆ 1,500 ਹਰ 24 ਆਵਰਸ 'ਚ ਜਦ ਮਰਦੇ ਸੀ ਤੇ ਮੈਂ ਟੈਲੀਵਿਜ਼ਨ ਵਿੱਚ ਜੋ ਦੇਖਿਆ ਤੁਹਾਨੂੰ ਪਤਾ ਕਿ ਉਹ 1,500 ਜਿਹੜੀਆਂ ਬੋਡੀਆਂ ਸੀ ਉਹ ਥੇਮਸ ਵਿੱਚ ਸੁੱਟੀਆਂ ਕਿ ਨਹਿਰਾਂ 'ਚ ਸੁੱਟੀਆਂ ਕੀ ਤੁਸੀਂ ਇਨਵੈਸਟੀਗੇਸ਼ਨ ਉਹਦੀ ਕੀਤੀ ਆ ਜੀ ਹਾਂਜੀ ਤਾਂ ਦੇਖੋ ਨਾ ਆਪਣਾ ਪਹਿਲਾਂ ਇਹਨਾਂ ਲੋਕਾਂ ਨੇ ਇਹ ਉਹੋ ਹੀ ਬੰਦੇ ਨੇ ਜੇ ਦੱਸੋ ਕਿੱਥੇ ਜਾਂਦੀਆਂ ਸੀ 1,500 ਮਹੀਨਾ ਪਹਿਲਾਂ ਸੀ ਮੈਂ ਗੱਲ ਕਰਨੀ ਆ ਤੁਹਾਨੂੰ ਕੋਈ ਖਬਰ ਨਹੀਂ ਉਹ ਜਿੰਨੇ ਮਰੇ ਸੀ ਸਾਡੇ ਲੋਕ ਹੀ ਸੀ ਇੰਡੀਅਨ ਮਰੇ ਆ ਉਹ ਬੋਡੀਆਂ ਮੈਨੂੰ ਇਹ ਦੱਸੋ ਤੁਸੀਂ ਇਨਵੈਸਟੀਗੇਟ ਕਰਕੇ ਮੈਨੂੰ ਦੱਸੋ ਕਿ ਇੱਕ ਰਾਤ 'ਚ 1,500 ਬੋਡੀਆਂ 1,800 ਬੋਡੀਆਂ 3 ਵੀਕ ਪਹਿਲਾਂ ਉਹ ਬੋਰਿਸ ਜੌਨਸਨ ਨੇ ਕਿੱਥੇ ਸੁੱਟੀਆਂ ਤੁਹਾਨੂੰ ਫੋਟੋ ਦਿਖਾਈ ਆ ਜੀ ਹਾਂਜੀ ਦੇਖੀਆਂ ਅਸੀਂ ਟੈਲੀਵਿਜ਼ਨ ਤੇ ਹਾਂ ਨਹੀਂ ਤੁਸੀਂ ਦੱਸੋ ਉਹਨਾਂ ਬੋਡੀਆਂ ਨੂੰ ਕਿੱਥੇ ਸੁੱਟਿਆ ਗਿਆ ਬਿਲਕੁਲ ਬੜੀ ਬੇਅਦਬੀ ਦੇ ਨਾਲ ਉਹ ਬੋਡੀਆਂ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਮੈਂ ਗੱਲ ਕਰ ਰਹੀ ਹਾਂ ਇੰਗਲੈਂਡ ਦੀ ਇੰਗਲੈਂਡ ਦੇ ਹਸਪਤਾਲਾਂ 'ਚ 24 ਆਵਰ 'ਚ 1,500 1,800 ਪੂਰੀਆਂ ਹੋਈਆਂ ਮਹੀਨਾ ਪਹਿਲਾਂ
ਉਹ ਬੋਡੀਆਂ ਬੋਰਿਸ ਜੌਨਸਨ ਨੇ ਦੱਸਿਆ ਕਿ ਕਿੱਥੇ ਸੁੱਟੀਆਂ। ਇਹ ਤੁਸੀਂ ਮੀਡੀਆ ਨੂੰ ਦੱਸਣੀ ਚਾਹੀਦੀ ਸੀ ਗੱਲ, ਅਸੀਂ ਦੇਖੀ ਨਹੀਂ ਇਹ ਗੱਲ। ਦੇਖੋ ਨਹੀਂ ਨਾ ਦੱਸਿਆ, ਨਹੀਂ ਅਸੀਂ ਮੀਡੀਆ 'ਚ ਦੇਖੀ ਨਹੀਂ ਹੈਗੀ। ਸਾਨੂੰ ਪਤਾ ਲੱਗੇਗਾ ਜ਼ਰੂਰ ਗੱਲ ਕਰਾਂਗੇ ਉਹਦੇ ਬਾਰੇ ਵੀ। ਮੈਂ ਕਿ ਨਹੀਂ, ਲੇਕਿਨ ਹੁਣ ਮੈਂ ਤੁਸੀਂ ਇਹ ਸੋਚੋ ਮਨ 'ਚ ਇੱਕ ਛੋਟਾ ਜਿੰਨਾ ਦੇਸ਼ ਹੈ ਔਰ ਇੱਥੇ ਸਾਡੀਆਂ ਬੋਡੀਆਂ ਨੂੰ ਖੜੇ ਕਿੱਥੇ ਕਿੱਥੇ ਸੁੱਟੀਆਂ। ਇੱਕ ਚੀਜ਼ ਦਾ ਖਿਆਲ ਰੱਖਣਾ, ਜਿਹੜੀ ਚੀਜ਼ ਗਲਤ ਆ ਨਾ, ਜਿਹੜੀ ਚੀਜ਼ ਸਹੀ ਨਹੀਂ ਹੈਗੀ, ਜਿਹੜੀ ਚੀਜ਼ ਗਲਤ ਆ ਪਹਿਲਾਂ ਪਤਾ ਤੇ ਕਰ ਲਓ ਸਾਡੀਆਂ ਏਸ਼ੀਅਨ ਦੀਆਂ ਬੋਡੀਆਂ ਕਿੱਥੇ ਗਈਆਂ। ਜਿਹੜੀ ਚੀਜ਼ ਗਲਤ ਆ ਉਹ ਇੰਗਲੈਂਡ 'ਚ ਵੀ ਗਲਤ ਆ, ਉਹ ਇੰਡੀਆ ਵਿੱਚ ਵੀ ਗਲਤ ਆ, ਉਹ ਅਮਰੀਕਾ ਵਿੱਚ ਵੀ ਗਲਤ ਆ, ਕਿਸੇ ਵੀ ਮੁਲਕ ਵਿੱਚ ਹੋਵੇ। ਹਾਂਜੀ, ਜਦੋਂ ਕਿ ਕੋਈ ਵੀ ਸਰਕਾਰ ਜਿਹੜੀ ਆ ਜਦੋਂ ਜਨਤਾ ਨੂੰ ਧੋਖਾ ਦਿੰਦੀ ਹੈਗੀ ਉਹ ਗਲਤ ਆ, ਔਰ ਉਹਦਾ ਵਿਰੋਧ ਹੋਣਾ ਜ਼ਰੂਰੀ ਆ, ਲਾਜ਼ਮੀ ਆ। ਭਲਾ ਤੁਹਾਨੂੰ ਪਤਾ ਹੈ ਕਿ ਗੀਤਾ ਵਿੱਚ ਲਿਖਿਆ ਦਾ ਕਿ ਤੁਸੀਂ ਜਿਹੜਾ ਬਾਕੀ ਜਿੰਨੇ ਸਾਡੇ ਕੋਲ ਸਾਧਨ ਹੈਗੇ, ਜਿੰਨਾ ਸਾਨੂੰ ਪਤਾ ਲੱਗਦਾ ਅਸੀਂ ਉਨੀ ਗੱਲ ਕਰਦੇ, ਉਨੀ ਜਾਣਕਾਰੀ ਕਰਦੇ ਆ। ਜਿਹੜੀ ਹੁਣ ਵੀ ਗੱਲ ਕਰਦੇ ਹੈਗੇ ਤੱਥਾਂ ਦੇ ਆਧਾਰ ਤੇ ਕਰਦੇ ਆ, ਕੋਈ ਇੱਧਰ ਉੱਧਰ ਐਵੇਂ ਨਹੀਂ ਕਰਦੇ ਹੈਗੇ। ਮੈਂ ਤੁਹਾਨੂੰ ਬਿਲਕੁਲ ਜਿਹੜੇ ਸਬੂਤ ਆ ਸਬੂਤ ਮੁਕਾਬਲੇ ਤੇ ਕਰਦੇ ਆ। ਬਿਲਕੁਲ ਠੀਕ ਹੈ। ਮੋਦੀ ਨੇ ਗਲਤੀ ਕੀਤੀ, ਜਿਹੜੇ ਆਪਣੇ ਸਿੱਕੇ ਚੱਕ ਕੇ ਬਾਹਰ ਦੇ ਮੁਲਕਾਂ ਨੂੰ ਕਿਉਂ ਭੇਜੇ? ਇਹਨੂੰ ਪਤਾ ਨਹੀਂ ਸੀ ਕਿ ਤੂੰ ਵੀ ਇੰਗਲੈਂਡ ਵਾਂਗੂ ਕਰੋਨਾ ਫੈਲੇਗਾ, ਥਰਡ ਵੇਵ। ਅੱਛਾ, ਦੂਜੀ ਗੱਲ ਇਹ ਹੈ ਕਿ ਇੱਕ ਗੱਲ ਦਾ ਖਿਆਲ ਰੱਖਣਾ, ਇੱਥੇ ਮੈਂ ਕਈ ਦੇਖੀਆਂ ਜਿਹਨਾਂ ਦੇਸ਼ ਵਿੱਚ ਤੇ ਬੜੀਆਂ ਸਹੂਲਤਾਂ ਇਹਨਾਂ ਨੇ ਲੁੱਟ ਕੇ ਸਾਡੇ ਮੰਦਰਾਂ ਦਾ ਸੋਨਾ ਡਾਇਮੰਡ ਲੈ ਕੇ ਅੰਗਰੇਜ਼ਾਂ ਨੇ ਸਾਡੇ ਦੇਸ਼ ਨੂੰ ਗਰੀਬ ਕਰਕੇ ਆਪਣੇ ਦੇਸ਼ ਨੂੰ ਅਮੀਰ ਬਣਾ ਲਿਆ। ਇਹ ਵੀ ਮੈਂ ਗਲਤ ਤਾਂ ਨਹੀਂ ਕਹਿ ਰਹੀ। ਥੈਂਕ ਯੂ ਭੈਣ ਜੀ। ਹਾਲੇ ਵੀ ਮੰਦਰਾਂ 'ਚ ਸੋਨਾ ਬਹੁਤ ਆ ਔਰ ਪੈਸਾ ਬਹੁਤ ਆ, ਟਰੱਕਾਂ ਦੇ ਟਰੱਕ ਪੈਸੇ ਆ, ਦੁਨੀਆ ਮਰ ਰਹੀ ਆ ਔਰ ਮੰਦਰਾਂ ਦੇ ਵਿੱਚ ਪੈਸਾ ਜਿਹੜਾ ਹੈਗਾ ਉਹਦੇ ਉੱਤੇ ਉਹ ਬੈਠੇ ਆ ਧਰਨੇ ਮਾਰ ਕੇ ਸੱਪ ਵਾਂਗੂ। ਧਰਨੇ ਮਾਰੇ ਹੁਣੇ ਕਿੰਗ ਸਟਰੀਟ ਦੇ ਮੰਦਰ ਵਾਲਿਆਂ ਨੇ 25,000 ਭੇਜਿਆ, ਮੇਰੀ ਮਾਰਕੀਟ ਸਟੋਰ ਵਾਲਿਆਂ ਨੇ ਪੈਸੇ ਭੇਜਿਆ। ਉਹ ਤੁਹਾਡੀ ਤਰ੍ਹਾਂ ਟੈਲੀਵਿਜ਼ਨ ਮੰਗਤਿਆਂ ਵਾਂਗੂ ਮੰਗਦੇ ਨਹੀਂ। ਗੁਪਤਦਾਰ ਹਰੇ ਕ੍ਰਿਸ਼ਨਾ ਵਾਲਿਆਂ ਨੇ ਕਿੰਨਾ ਪੈਸਾ ਇੰਡੀਆ ਭੇਜਿਆ ਕਿਉਂਕਿ ਮੇਰੇ ਬੱਚੇ ਉੱਥੇ ਜਾਂਦੇ ਆ, ਬੱਚੇ ਉੱਥੇ ਜਾ ਕੇ ਪੈਸਾ ਦਿੰਦੇ ਆ। ਸੇਵਾ ਇੰਟਰਨੈਸ਼ਨਲ ਨੇ ਇੰਨਾ ਭੇਜਿਆ। ਫਰਕ ਇਹਦਾ ਕਿ ਹਿੰਦੂਆਂ ਦੇ ਟੈਲੀਵਿਜ਼ਨ ਦੇ ਵਿੱਚ ਭੇਜਣ ਬਾਹਰੋਂ ਦਾ ਜਿਹੜਾ ਬਾਹਰੋਂ ਭੇਜਣ ਦੀ ਇੰਨੀ ਜ਼ਰੂਰਤ ਨਹੀਂ, ਜਿੰਨਾ ਪੈਸਾ ਭਾਰਤ ਦੇ ਕੋਲ ਹੈਗਾ ਉਹ ਇਹ ਆ ਕਿ ਸਾਰੀ ਦੁਨੀਆ ਖਰੀਦ ਸਕਦਾ ਉਹਦੇ ਨਾਲ। ਦੇਖੋ ਜਿਹੜੇ 1.8% ਸਿੱਖ ਆ, 1.8% ਔਰ ਪੂਰੀ ਦੁਨੀਆ ਨੂੰ ਉਹ ਜਿਹੜੇ ਹੈਲਪ ਕਰ ਰਹੇ ਆ। ਜੇ ਅਸੀਂ ਦਾਨ ਕਰਾਂਗੇ ਤਾਂ ਤੁਹਾਡੀ ਦੇਹ ਨੂੰ ਸੁੱਖ ਮਿਲਣਾ। ਓਕੇ, ਤੁਹਾਡਾ ਮੈਸੇਜ ਮਿਲ ਗਿਆ। ਹੁਣ ਠੀਕ ਹੈ, ਸਾਡੀ ਵੀ ਗੱਲ ਸੁਣ ਲਓ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਤੁਹਾਡਾ ਪਾਰਟਿਸਪੇਸ਼ਨ ਦਾ। ਹਾਂਜੀ ਦਵਿੰਦਰ ਜੀ, ਹੁਣ ਮਤਲਬ ਹਰੇਕ ਨੂੰ ਹੱਕ ਹੈਗਾ ਥੈਂਕ ਯੂ ਕਰਦੇ ਕਿ ਉਹਨਾਂ ਨੇ ਪਾਰਟਿਸਪੇਟ ਕੀਤਾ ਔਰ ਆਪਣੀ ਗੱਲ ਕੀਤੀ ਹੈਗੀ। ਇਟਸ ਸੋ ਨਾਈਸ। ਪਰ ਮੈਂ ਗੱਲ ਕਰਦਾ ਸੀਗਾ ਇੱਕ ਸਿੱਖ ਧਰਮ ਆ ਔਰ ਉਹਨਾਂ ਦੇ 1.8% ਹੈ ਇੰਡੀਆ ਦੀ ਪਾਪੂਲੇਸ਼ਨ ਦਾ ਸਿਰਫ ਇੰਡੀਆ 'ਚ। ਹਾਂਜੀ, ਔਰ ਪੂਰੇ ਮਤਲਬ ਉਹਨੇ ਪੂਰੇ ਭਾਰਤ ਵਿੱਚ ਉਹ ਜਿਹੜੀ ਸਹੂਲਤਾਂ ਪ੍ਰੋਵਾਈਡ ਕਰਦੇ ਆ, ਆਕਸੀਜਨ ਦਿੰਦੇ ਹੈਗੇ, ਲੰਗਰ ਲਾਉਂਦੇ ਹੈਗੇ, ਉਹਨੇ ਹਸਪਤਾਲ ਬਣਾਏ ਹੋਏ ਹੈਗੇ ਆ, ਡਾਕਟਰ ਪ੍ਰੋਵਾਈਡ ਕਰਦੇ ਹੈਗੇ, ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਹੈਗੇ। ਬਿਲਕੁਲ ਯੂ ਨੋ। ਤੇ ਹੁਣ ਦੇਖੋ ਮੰਦਰਾਂ ਦੇ ਵਿੱਚ ਇੰਨੀਆਂ ਵੱਡੀਆਂ ਜਥੇਬੰਦੀਆਂ ਹੈਗੀਆਂ, ਇੰਨਾ ਉਹਨਾਂ ਕੋਲ ਪੈਸਾ ਹੈਗਾ। ਐਡੀ RSS ਐਡੀ ਜਥੇਬੰਦੀ ਵੱਡੀ ਹੈ ਦੁਨੀਆ ਦੀ ਸਭ ਤੋਂ ਜ਼ਿਆਦਾ ਵੱਡੀ ਜਿਹੜੀ ਆਰਗੇਨਾਈਜ਼ਡ ਇੱਕ ਮੂਵਮੈਂਟ ਜਿਹੜੀ ਹੈਗੀ ਆ ਉਹ ਆ, ਪਰ ਕਿਤੇ ਨਹੀਂ ਦਿਖਦੇ। ਬਿਲਕੁਲ ਕੋਈ ਨਜ਼ਰ ਨਹੀਂ ਆਦਾ ਵੀ ਕਿਸੇ ਨੂੰ ਆਕਸੀਜਨ ਦੇ ਰਹੇ ਆ, ਕਿਸੇ ਹਸਪੀਟਲ ਬਣਾਏ ਹੋਏ ਆ, ਕਿਸੇ ਦੀ ਹੈਲਪ ਕਰਦੇ ਆ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਨਮੋ ਬੁੱਧਾ, ਜੈ ਭੀਮ, ਜੈ ਗੁਰਦੇਵ, ਜੈ ਭਾਰਤ ਭਾਜੀ। ਨਮੋ ਬੁੱਧਾ, ਜੈ ਭੀਮ, ਜੈ ਭਾਰਤ, ਜੈ ਗੁਰਦੇਵ। ਭੈਣ ਰਤੂ ਜੀ ਕੀ ਕਹਿਣਾ ਚਾਹੁੰਦੇ ਆ? ਮੈਂ ਤਾਂ ਭੈਣ ਜੀ ਦੀਆਂ ਤੁਹਾਡੇ ਸਾਰਿਆਂ ਦੀਆਂ ਗੱਲਾਂ ਸੁਣ ਕੇ ਮੈਨੂੰ ਪਤਾ ਨਹੀਂ ਮੈਂ ਕਿਹੜੇ ਲਫ਼ਜ਼ ਕਵਾਂ। ਅੱਜ ਤਾਂ ਆਪਣੇ ਭਾਰਤ ਵਿੱਚ ਉਹ ਹੋ ਰਿਹਾ ਜਿਹੜਾ ਕਦੀ ਦੁਨੀਆ ਦੇ ਦੇਖਿਆ ਨਹੀਂ ਨਾ ਸੁਣਿਆ ਹੀ ਆ ਜੀ। 81 ਦੀ ਉਮਰ ਹੋ ਗਈ ਹੈ। ਜੋ ਕੁਛ ਆਪਣੇ ਗਰੀਬਾਂ ਨਾਲ ਹੁੰਦੀ ਹੈ ਨਾ, ਇਹ ਗਰੀਬਾਂ ਦਾ ਵੀ ਮਾਲਕ ਆ, ਬਦਲਾ ਤਾਂ ਸਾਰਿਆਂ ਦੇ। ਜੇ ਅੱਜ ਮੈਂ ਤੇਰਾ ਘਾਟ ਆਉ ਤਾਂ ਮੇਰਾ ਆਪੇ ਢਹਿ ਜਾਣਾ। ਅੱਗੇ ਆਪਾਂ ਨੂੰ ਹੈਲਪ ਕਰਨ ਦੀ ਜ਼ਰੂਰਤ ਆ। ਉੱਥੇ ਜਾਤ ਪਾਤ ਗਰੀਬ ਨਹੀਂ ਦਾ ਸਵਾਲ ਨਹੀਂ, ਉਹਨਾਂ ਦਾ ਸਾਰਿਆਂ ਤੇ ਚੱਲਦਾ ਆ। ਸਾਨੂੰ ਸਾਰਿਆਂ ਨੂੰ ਉੱਥੇ ਦੀ ਹੈਲਪ ਕਰਨੀ ਚਾਹੀਦੀ, ਜਿੱਦਾਂ ਇੰਗਲੈਂਡ ਵਾਲੇ ਕਰਦੇ ਆ, ਅਮਰੀਕਾ ਵਾਲੇ ਕਰਦੇ ਆ। ਤੈਨੂੰ ਨਹੀਂ ਪਤਾ ਕੋਈ ਚੰਗਾ ਕੋਈ ਮਾੜਾ ਜਿਹਾ। ਜਿਹੜੀ ਆਪਾਂ ਅੱਜ ਦੇਖਦੇ ਆ ਉੱਥੇ ਅੱਗ ਲੱਗੀ ਹੋਈ, ਲੋਕ ਰੋਂਦੇ ਕਿੱਦਾਂ, ਉਹਨਾਂ ਦਾ ਦੇਖੋ ਤੁਸੀਂ ਦੇਖ ਕੇ ਵੀ ਨਹੀਂ ਸੱਚ ਮੰਨਦੇ। ਬਿਲਕੁਲ ਸਹੀ ਗੱਲ ਹੈ। ਨਹੀਂ, ਜੋ ਜ਼ੁਲਮ ਆਪਣੇ ਅੱਖਾਂ ਦੇ ਸਾਹਮਣੇ ਹੁੰਦਾ ਉਹ ਤਾਂ ਤੁਸੀਂ ਦੇਖਦੇ ਹੀ ਆ, ਅੱਖਾਂ ਨਾਲ ਦੇਖਦੇ ਆ।
ਔਰ ਫਿਰ ਲੁੱਟ ਕੇ ਬਾਹਰ ਲੈ ਜਾਂਦੇ ਅੰਦਰ, ਉਹ ਹੈ ਤਾਂ ਭਾਰਤ ਨੂੰ ਲੁੱਟਦੇ। ਜੀ ਸਹੀ ਗੱਲ ਆ। ਔਰ ਇਹੋ ਜਿਹੇ ਹਾਲਾਤ ਦੇ ਵਿੱਚ ਵੀ ਉੱਥੇ ਲੋਕ ਜਿਹੜੇ ਹੇਰਾ ਫੇਰੀ ਕਰ ਰਹੇ ਆ ਔਰ ਬਲੈਕ ਮਾਰਕੀਟ ਇਹ ਇੱਥੋਂ ਤੇ ਉੱਥੇ ਉਹ ਰਲਿਓ ਆ। ਦੋ ਦੇ ਨਾਂ ਸਾਰੇ ਮੰਨ ਲਓ ਅਖਬਾਰਾਂ 'ਚ ਆਏ ਆ ਦਵਿੰਦਰ ਜੀ, ਨਵੀਨ ਕਾਲਰਾ ਔਰ ਗਗਨਦੀਪ ਦੁੱਗਲ, ਦੋ ਜਣੇ ਜਿਹੜੇ ਰਲ ਕੇ ਇੱਥੋਂ ਜਿਹੜਾ ਹੈਗਾ ਆਕਸੀਜਨ ਭੇਜਦੇ, ਉਹ ਬਲੈਕ ਮਾਰਕੀਟ ਕਰਦੇ ਆ। ਹਾਂਜੀ, ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭੈਣ ਜੀ, ਨਾਂ ਆਪਣਾ? ਹਾਂਜੀ, ਮੈਂ ਚਰਨਜੀਤ ਬੋਰੀ। ਮੈਂ ਭਾਈ ਸਾਹਿਬ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਕਰਦੇ ਹਾਂ, ਅਸੀਂ ਧਰਮਾਂ ਨੂੰ, ਜਾਤਾਂ ਨੂੰ, ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਕਰਦੇ ਨਹੀਂ ਹੈਗੇ। ਵਿਊਅਰਸ ਦੇ ਤਾਂ ਆਪਣੇ ਵਿਚਾਰ ਹੁੰਦੇ ਆ, ਕੁਝ ਵੀ ਕਹਿਣਾ ਚਾਹੁੰਦੇ ਹੈਗੇ ਆ, ਉਹਨੂੰ ਕ੍ਰਿਟੀਸਾਈਜ਼ ਕਰਨਾ ਜਾਂ ਉਹਨਾਂ ਦੀਆਂ ਗੱਲਾਂ ਦੇ ਉੱਤੇ ਹੱਸਣਾ ਤਾਂ ਸਾਡਾ ਵਿਚਾਰ ਨਹੀਂ। ਜੀ ਕੋਈ ਹਿੰਦੂ ਧਰਮ ਵਾਲਾ, ਕੋਈ ਸਿੱਖ ਧਰਮ ਵਾਲਾ, ਜੀ ਜ਼ਰੂਰੀ ਨਹੀਂ ਵੀ ਸਾਰੀਆਂ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਉਹ ਅੱਗੇ ਆ ਕੇ ਮੈਂ ਕਰਦੇ ਆ, ਮੈਂ ਕੀਤਾ, ਮੈਂ ਲੰਗਰ ਦਿੱਤਾ, ਮੈਂ ਰੋਟੀ ਦਿੱਤੀ, ਮੈਂ ਆਕਸੀਜਨ ਦਿੱਤੀ। ਬਹੁਤ ਸਾਰੀ ਇੰਸਟੀਟਿਊਸ਼ਨਸ ਇਦਾਂ ਦੀਆਂ ਵੀ ਨੇ ਜਿਹੜੀਆਂ ਕਿ ਬਾਹਰ ਨਿਕਲ ਕੇ ਦੱਸਣਾ ਵੀ ਨਹੀਂ ਚਾਹੁੰਦੀਆਂ ਵੀ ਅਸੀਂ ਕੀ ਕੀਤਾ ਪਬਲਿਕ ਲਈ। ਜੀ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਭੈਣ ਜੀ। ਮੈਂ ਭਾਈ ਸਾਹਿਬ ਇਨਸਾਨੀਅਤ ਦੀ ਗੱਲ ਕਰਦੀ ਹਾਂ, ਕਿਉਂਕਿ ਸਾਡਾ ਸਭ ਤੋਂ ਵੱਡਾ ਇਮਾਨ, ਧਰਮ, ਇਨਸਾਨੀਅਤ ਹੀ ਆ। ਅਸੀਂ ਇਨਸਾਨ ਹੀ ਆ। ਅਸੀਂ ਦਲਿਤ ਆ, ਅਸੀਂ ਸਿੱਖ ਆ, ਅਸੀਂ ਇਹ ਆ, ਅਸੀਂ ਉਹ ਆ, ਉਹ ਤਾਂ ਅਸੀਂ ਆਪੇ ਬਣਾਇਆ ਹੋਇਆ। ਬਿਲਕੁਲ ਬਿਲਕੁਲ, ਸਭ ਤੋਂ ਪਹਿਲਾਂ ਤਾਂ ਅਸੀਂ ਇਨਸਾਨ ਹੀ ਆ। ਬਿਲਕੁਲ ਬਿਲਕੁਲ ਹੈ ਜੀ। ਹਾਂ, ਤੁਸੀਂ ਕਦੀ ਮੀਡੀਆ ਦੇ ਚੈਨਲ ਕਦੀ ਦੱਸਣਾ ਨਹੀਂ ਚਾਹੁੰਦੇ, ਰਾਧਾ ਸਵਾਮੀ ਡੇਰਾ ਬਿਆਸ ਵਾਲੇ ਇੰਨੀ ਪਬਲਿਕ ਦੀ ਮਦਦ ਕਰ ਰਹੇ ਆ, ਕਿੱਡੇ ਕਿੱਡੇ ਉਹਨਾਂ ਨੇ ਹਸਪੀਟਲ ਬਣਾਏ ਆ। 500 ਬੈੱਡ ਦਾ ਹਸਪੀਟਲ ਤਾਂ ਦਿੱਲੀ ਦੇ ਵਿੱਚ ਹੀ ਦਿਖਾ ਰਹੇ ਆ। ਉਹਨਾਂ ਨੇ ਦੱਸਿਆ ਵੀ ਅਸੀਂ ਪਬਲਿਕ ਦੀ ਹੈਲਪ ਕਰਦੇ ਆ। ਬਿਲਕੁਲ ਬਿਲਕੁਲ, ਜਿਹੜਾ ਵੀ ਕੋਈ ਹੈਲਪ ਕਰਦਾ ਹੈਗਾ ਉਹਦਾ ਪ੍ਰੇਜ਼ ਕਰਨਾ, ਉਹਦਾ ਧੰਨਵਾਦ ਕਰਨਾ ਤਾਂ ਜ਼ਰੂਰੀ ਬਣਦਾ ਹੈਗਾ। ਉਹਦਾ ਮਤਲਬ ਇਹ ਵੀ ਹੁੰਦਾ ਕਿ ਇਨਸਾਨੀਅਤ ਦਾ ਫਰਜ਼ ਆ। ਉਹ ਇੱਕ ਸੰਤ ਦੇ, ਉਹ ਇੱਕ ਪੈਰੋਕਾਰ ਬੈਠੇ ਨੇ, ਇੱਕ ਡੇਰੇ ਨੂੰ ਸੰਬੋਧਿਤ ਕਰ ਰਹੇ ਆ, ਇੱਕ ਸੰਗਤ ਨੂੰ ਅਗਵਾਈ ਦੇ ਰਹੇ ਆ। ਸੰਗਤ ਦੇ ਲਈ, ਪਬਲਿਕ ਦੇ ਲਈ ਸੇਵਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਆ। ਕੋਈ ਜ਼ਰੂਰੀ ਨਹੀਂ ਮੈਂ ਕਰਕੇ ਵੀ ਅਸੀਂ ਸਿੱਖ ਮਾਤਾ ਅਸੀਂ ਮੈਂ ਕਰਕੇ ਕਹੀਏ ਵੀ ਅਸੀਂ ਲੰਗਰ ਲਾਉਂਦੇ ਆ। ਉਹ ਤਾਂ ਆਪਣਾ ਨਾਂ ਨੂੰ ਹੁੰਦਾ। ਜਿਹੜਾ ਵੀ ਲਾਉਂਦਾ ਹੈਗਾ ਉਹਦਾ ਧੰਨਵਾਦ ਕਰਨਾ ਬਣਦਾ ਔਰ ਉਹਨੂੰ ਪਬਲਿਕ 'ਚ ਲਿਆਉਣਾ ਵੀ ਬਣਦਾ ਹੈਗਾ, ਕਿਉਂਕਿ ਉਹਦੇ ਨਾਲ ਦੇਖ ਕੇ ਹੋਰ ਵੀ ਜਿਹੜੇ ਲੋਕਾਂ ਨੂੰ ਉਤਸ਼ਾਹ ਮਿਲੇ, ਉਹਨਾਂ ਨੂੰ ਵੀ ਸੇਧ ਮਿਲੇ ਕਿ ਉਹ ਵੀ ਕੰਮ ਕਰਨ। ਮੀਡੀਆ ਦੇ ਉੱਤੇ ਦੇਖਿਆ, ਚੈਨਲਾਂ ਦੇ ਉੱਤੇ ਦੱਸਿਆ ਵੀ ਡੇਰਾ ਵੀ ਇੰਨੀ ਮਦਦ ਕਰ ਰਿਹਾ। ਸੁਣਿਆ ਕਦੀ ਮੀਡੀਆ ਨੇ ਦੱਸਿਆ? ਪਿਛਲੇ ਸਾਲ ਜਦੋਂ ਕਿ ਕਰੋਨਾ ਸਟਾਰਟ ਹੀ ਹੋਇਆ ਨਾ, ਉਦੋਂ ਇੱਕ ਕਮਿਊਨਿਟੀ ਨੂੰ ਬੜਾ ਟਾਰਗੇਟ ਕੀਤਾ ਗਿਆ ਕਿ ਇਸ ਕਮਿਊਨਿਟੀ ਇਹ ਜਿਹੜੇ ਹੈਗੇ ਆ ਜਹਾਦ, ਇਹਨਾਂ ਨੇ ਕਰੋਨਾ ਜਹਾਦ ਫੈਲਾਇਆ, ਇਹ ਕਰਦੇ ਆ, ਉਹ ਕਰਦੇ ਹੈਗੇ ਆ। ਉਸ ਕਮਿਊਨਿਟੀ ਨੂੰ ਇੰਨਾ ਬਦਨਾਮ ਕੀਤਾ, ਅੱਜ ਉਹ ਮਤਲਬ ਮੋਹਰੇ ਹੋ ਕੇ ਲੋਕਾਂ ਲਈ ਹੈਲਪ ਕਰਦੇ ਹੈਗੇ ਆ। ਸੋ ਜੇ ਅੱਜ ਉਹ ਹੈਲਪ ਕਰਦੇ ਤਾਂ ਕਹਿਣਾ ਬਣਦਾ ਹੀ ਹੈ ਕਿ ਉਹ ਹੈਲਪ ਕਰ ਰਹੇ ਆ। ਪਰ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਜੋ ਕੁਛ ਇਹ ਬਣਾਇਆ ਹੋਇਆ ਵੀ ਅਸੀਂ ਆਮ ਆ, ਅਸੀਂ ਆਪਣੇ ਨਾਂ ਲੈਂਦੇ ਆ। ਅਸੀਂ ਸਭ ਤੋਂ ਪਹਿਲਾਂ ਇਨਸਾਨ ਆ। ਇਨਸਾਨੀਅਤ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਤੇ ਮੈਂ ਬੀਬੀ ਜੀ ਦੇ ਵਿਚਾਰਾਂ ਨਾਲ ਸਹਿਮਤ ਤਾਂ ਨਹੀਂ ਹੈਗੀ, ਪਰ ਮੈਂ ਇਹ ਵੀ ਨਹੀਂ ਚਾਹੁੰਦੀ ਵੀ ਕੋਈ ਉਹਨਾਂ ਨੂੰ ਕ੍ਰਿਟੀਸਾਈਜ਼ ਕਰੇ। ਹਰ ਇੱਕ ਦੇ ਆਪਣੇ ਵਿਚਾਰ ਨੇ। ਦੇਖੋ ਜਿਹੜਾ ਅਸੀਂ ਸਾਰੇ ਭਾਰਤ ਵਾਸੀ ਆ, ਵਿਚਾਰ ਦੇਣੇ ਵੀ ਹਰ ਵਿਊਅਰ ਦਾ ਫਰਜ਼ ਆ। ਬਿਲਕੁਲ ਬਿਲਕੁਲ। ਅਸੀਂ ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ। ਥੈਂਕ ਯੂ। ਅਸੀਂ ਤੁਹਾਡੇ ਨਾਲ ਇਸ ਗੱਲ ਨਾਲ ਬਿਲਕੁਲ ਸਹਿਮਤ ਹੈ। ਰਾਧਾ ਸਵਾਮੀ ਬਿਆਸ ਜਿਹੜਾ ਡੇਰਾ ਹੈਗਾ ਉਹ ਬਹੁਤ ਅੱਛੇ ਕੰਮ ਕਰ ਰਿਹਾ ਹੈਗਾ। ਉਹਨਾਂ ਨੇ ਕਈ ਹਸਪਤਾਲ ਵੀ ਖੋਲ੍ਹੇ, ਸਾਨੂੰ ਪਤਾ ਹੈਗਾ, ਲੰਗਰ ਵੀ ਲਾਉਂਦੇ ਹੈਗੇ ਆ। ਔਰ ਇਹ ਹੈ ਕਿ ਜਿੰਨਾ ਚਿਰ ਤੁਸੀਂ ਚੰਗਾ ਕੰਮ ਕਰਨ ਵਾਲੇ ਨੂੰ ਚੰਗਾ ਨਾ ਕਹੋਗੇ ਤਾਂ ਲੋਕਾਂ ਨੂੰ ਕਿੱਦਾਂ ਪਤਾ ਲੱਗੂਗਾ। ਉਹ ਦੂਜੇ ਪਾਸੇ ਜਿਹੜੇ ਮੰਦੇ ਕੰਮ ਕਰਦੇ ਆ, ਜੇ ਮੰਦੇ ਕੰਮ ਵਾਲਿਆਂ ਦਾ ਵੀ ਨਾਂ ਬੇਰਵਾ ਦਿੱਤਾ ਜਾਵੇ ਤਾਂ ਵੀ ਗਲਤ ਆ, ਕਿਉਂਕਿ ਅਸੀਂ ਕਸੂਰਵਾਰ ਹੋਵਾਂਗੇ। ਸੋ ਅਸੀਂ ਇਸੇ ਕਰਕੇ ਦੱਸ ਰਹੇ ਹਾਂ ਕਿ ਜੋ ਭਾਰਤ ਦੇ ਵਿੱਚ ਜਿਹਦੀ ਜ਼ਿੰਮੇਵਾਰੀ ਇਸ ਵੇਲੇ ਹੈਗੀ ਆ, ਇਸ ਵੇਲੇ ਸਿੱਖ ਕਮਿਊਨਿਟੀ ਜਿਹੜੀ ਸਭ ਤੋਂ ਜ਼ਿਆਦਾ ਕੰਮ ਕਰ ਰਹੀ ਆ। ਉੱਥੇ ਮੁਸਲਿਮ ਕਮਿਊਨਿਟੀ ਜਿਹਨੂੰ ਬਦਨਾਮ ਬੜਾ ਕੀਤਾ ਹੈ, ਔਰ ਸਿੱਖਾਂ ਨੂੰ ਬੜਾ ਬਦਨਾਮ ਕੀਤਾ ਸੀਗਾ ਜੀ। ਉਹ ਕੈਨੇਡਾ ਤੋਂ ਲੈ ਆਂਦਾ, ਇੰਡੀਆ, ਇੰਗਲੈਂਡ ਤੋਂ ਲੈ ਆਂਦਾ, ਅੱਤਵਾਦੀ ਆ, ਫਲਾਣੇ ਆ। ਚਲੋ ਉਸ ਲਾਈਨ ਨਾਲ ਆਪਾਂ ਨਹੀਂ ਜਾਂਦੇ। ਬਹੁਤ ਅੱਛਾ ਕੰਮ ਕਰ ਰਹੇ ਆ। ਜਿਹੜੇ ਅੱਛਾ ਕਰਦੇ ਉਹ ਅੱਛਾ ਹੀ ਕਰਦੇ ਆ। ਹੁਣ ਦੇਖੋ ਨਾ, ਇੰਨੇ ਸਾਲਾਂ ਦੇ ਇੰਨੇ ਮਹੀਨਿਆਂ ਦੇ ਵਿੱਚ ਬੈਠੇ ਹੈਗੇ, ਆਪਣੀ ਡਿਮਾਂਡ ਮੰਗ ਕਰਦੇ ਆ, ਜਿਹੜਾ ਕਿ ਸੰਵਿਧਾਨਿਕ ਤੌਰ ਤੇ ਜਾਇਜ਼ ਹੈ ਕਿ ਪੀਸਫੁਲ ਤਰੀਕੇ ਨਾਲ ਉਹ ਡਿਮਾਂਡ ਕਰ ਰਹੇ ਆ। ਦੇਖੋ ਆ ਲੈਟਰ ਦਾ ਤੁਸੀਂ ਬਰੀਫਲੀ ਵੈਰੀ ਕੁਇਕਲੀ ਪੜ੍ਹਦੇ ਹੋ, ਤੁਸੀਂ ਕੀ ਕਹਿੰਦੇ
ਕਹਿੰਦੇ ਆ ਆਪਣੇ ਜਿਹੜਾ 12 ਪਾਰਟੀਆਂ ਨੇ ਆਪੋਜੀਸ਼ਨ ਵਾਲੀਆਂ ਨੇ ਅੱਜ ਪ੍ਰਾਈਮ ਮਿਨਿਸਟਰ ਨੂੰ ਇੱਕ ਜਿਹੜਾ ਲੈਟਰ ਲਿਖਿਆ, ਉਹ ਕਹਿੰਦੇ ਕਿ ਜਿਹੜਾ ਪਹਿਲਾਂ ਤਾਂ ਪ੍ਰਾਈਮ ਮਿਨਿਸਟਰ ਕੇਅਰ ਫੰਡ ਆ ਜਿਹੜਾ ਨਾ 35,000 ਕਰੋੜ, ਉਹਨੂੰ 35,000 ਕਰੋੜ ਰੁਪਈਆ ਆ ਉਹਨੂੰ ਲੋਕਾਂ ਦੇ ਜਿਹੜੇ ਬਿਹਤਰੀ ਵਾਸਤੇ, ਲੋਕਾਂ ਦੀ ਭਲਾਈ ਵਾਸਤੇ ਇਸਤੇਮਾਲ ਕਰਨਾ ਚਾਹੀਦਾ ਜੀ। ਔਰ ਹਰ ਜਿਹੜਾ ਹੈਗਾ ਅਨਇੰਪਲੋਇਡ ਜਿਹੜਾ ਆ ਉਹਨੂੰ 6,000 ਰੁਪਈਆ ਜਿਹੜਾ ਮਹੀਨੇ ਦਾ ਉਹਨੂੰ ਸਾਲ ਦਾ ਕਹਿੰਦੇ ਸੀ, ਇੱਥੇ ਮੰਥਲੀ ਲਿਖਿਆ। ਅੱਛਾ, ਐਵਰੀ ਮੰਥ ਜਿਹੜਾ ਪਰ ਮੰਥ ਫॉर ਅਨਇੰਪਲੋਇਮੈਂਟ ਅੱਛਾ, ਔਰ ਫ੍ਰੀ ਡਿਸਟ੍ਰੀਬਿਊਸ਼ਨ ਫੂਡ ਹੋਣਾ ਚਾਹੀਦਾ, ਜਿਹਨਾਂ ਕੋਲ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਹਨਾਂ ਨੂੰ ਹੋਣਾ ਚਾਹੀਦਾ ਹੈਗਾ। ਔਰ ਜਿਹੜਾ ਫਾਰਮ ਲੋਜ਼ ਜਿਹੜੇ ਹੈਗੇ ਆ ਉਹਨਾਂ ਦੀ ਉਹ ਸਪੋਰਟ ਕਰਦੇ ਆ ਕਿ ਉਹਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਉਹਨੂੰ ਮੰਨ ਲੈਣਾ ਚਾਹੀਦਾ। ਉਹਦੇ ਨਾਲ ਜਦ ਮੰਗਾਂ ਮੰਨ ਹੋਣ ਤਾਂ ਉਹ ਆਪਣੇ ਘਰ ਜਾਣ, ਆਪਣੇ ਕੰਮਕਾਰ ਕਰਨ, ਆਪਣੇ ਪਰਿਵਾਰ 'ਚ ਬੈਠਣ ਔਰ ਅਨਾਜ ਪੈਦਾ ਕਰਨ। ਇਹੋ ਜਿਹੇ ਟਾਈਮ ਤੇ ਅਨਾਜ ਦੀ ਜ਼ਰੂਰਤ ਬਹੁਤ ਆ। ਹਾਂਜੀ ਹਾਂਜੀ, ਸੋ ਇੱਦਾਂ ਦੇ ਮਤਲਬ ਬਹੁਤ ਹੈਗੀਆਂ। ਬਾਕੀ ਜਿਹੜੇ ਸੈਂਟਰਲ ਵਿਸਟਾ ਵਗੈਰਾ ਹੈਗੇ ਆ ਉਹਨੂੰ ਸਟਾਪ ਕਰੋ। ਉਹ ਜਿਹੜਾ ਪੈਸਾ ਹੈਗਾ ਜਿਹੜਾ ਆਪਣੇ ਮਕਾਨ ਬਣਾਉਣ 'ਤੇ ਜਾਂ ਪਾਰਲੀਮੈਂਟ ਹਾਊਸ ਬਣਾਉਣ 'ਤੇ ਵੇਸਟ ਕਰ ਰਿਹਾ ਇਸ ਵੇਲੇ, ਜਿਹਦੀ ਕਿ ਹਾਲੇ ਲੋੜ ਨਹੀਂ ਹੈ, ਤਾਂ ਉਹ ਵੀ ਜਿਹੜਾ ਹੈਗਾ ਪਬਲਿਕ ਵਾਸਤੇ ਇਸਤੇਮਾਲ ਕਰਨ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਗੁਰਦੇਵ, ਜੈ ਭੀਮ ਜੀ। ਕੌਣ ਬੋਲਦੇ ਜੀ? ਮੈਂ ਜਸਵਿੰਦਰ ਬੋਲਦਾ ਜੀ। ਹਾਂਜੀ, ਕੀ ਕਹਿਣਾ? ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਦਿਖਾ ਰਹੇ ਲੋਕਾਂ ਨੂੰ। ਥੈਂਕ ਯੂ। ਔਰ ਜੋ ਤੁਸੀਂ ਦਿਖਾ ਰਹੇ ਹੋ ਉਸ ਪੂਰੀ ਦੁਨੀਆ ਦੇ ਮੀਡੀਆ 'ਚ ਉਹੀ ਗੱਲਾਂ ਘੁੰਮ ਰਹੀਆਂ। ਬਿਲਕੁਲ, ਆਪਣੇ ਕੋਲੋਂ ਨਹੀਂ ਦੱਸ ਰਹੇ। ਬਿਲਕੁਲ। ਅੱਛਾ, ਉਹ ਮੈਂ ਸਿਰਫ ਇਸ ਕਰਕੇ ਫੋਨ ਕੀਤਾ ਕਿ ਉਹ ਜਿਹੜੀ ਮਾਈ ਪਹਿਲਾਂ ਕੋਈ ਮੋਦੀ ਦੇ ਮੈਨੂੰ ਲੱਗਦਾ ਕੋਈ ਰਿਸ਼ਤੇਦਾਰੀ 'ਚੋਂ ਸੀਗੀ ਉਹ ਜੀ, ਤੇ ਜਿਹੜੀ ਪਹਿਲਾਂ ਆਣ ਕੇ ਕਹਿ ਕੇ ਗਈ ਆ ਕਿ ਤੁਸੀਂ ਗਲਤ ਦੱਸ ਰਹੇ ਆ ਜਾਂ ਤੁਸੀਂ ਐ ਕਰ ਰਹੇ ਆ, ਇੰਡੀਆ ਦੀ ਬਦਨਾਮੀ ਹੁੰਦੀ। ਇੰਡੀਆ ਦੀ ਬਦਨਾਮੀ ਦਾ ਦੇਖੋ ਜੀ, ਪੂਰੇ ਮੀਡੀਆ, ਪੂਰੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜੋ ਉੱਥੇ ਦਿਖਾ ਰਹੇ, ਪੂਰੀ ਦੁਨੀਆ ਦੇ ਤੁਸੀਂ ਮੀਡੀਆ ਖੋਲ ਕੇ ਦੇਖ ਲਓ, ਸਾਰੇ ਪਾਸੇ ਇਹੀ ਚੀਜ਼ ਚੱਲ ਰਹੀ। ਬਿਲਕੁਲ, ਲੁਕੀ ਛੁਕੀ ਗੱਲ ਨਹੀਂ ਬ੍ਰਦਰ। ਹੁਣ 70 ਸਾਲ ਪਹਿਲਾਂ ਦੀ ਹੁਣ ਮਿੱਟੀ ਪਾਈ ਜਾਈਏ, ਹਰ ਗੱਲ ਤੇ ਮਿੱਟੀ ਪਾ ਦਿਓ ਵੀ ਬਾਹਰ ਪਤਾ ਨਾ ਲੱਗੇ ਜੀ। ਹੈ ਫਿਰ ਇਹ ਮਾਈ ਕਹਿੰਦੀ ਆ ਕਿ ਮੈਂ ਗੋਰਿਆਂ ਨੂੰ ਅਸੀਂ ਮੱਕੀ ਕੱਢਿਆ ਉੱਥੋਂ, ਵੀ ਜੇ ਉੱਥੋਂ ਗੋਰਿਆਂ ਨੂੰ ਕੱਢਿਆ ਸੀ ਇੱਥੇ ਫਿਰ ਮਾਈ ਕੀ ਕਰਦੀ ਹੈ? ਇਹਨੂੰ ਤਾਂ ਇੰਡੀਆ ਰਹਿਣਾ ਚਾਹੀਦਾ। ਬਿਲਕੁਲ, ਇੱਥੇ ਬੈਨੀਫਿਟ ਲੈ ਕੇ ਉਹਨਾਂ ਦੀ ਕਰ ਰਹੀ ਆ ਵੀ ਜੇ 1500 ਲਾਸ਼ ਦਾ ਇਹਨੂੰ ਫਿਕਰ ਆ, ਉਹ 1500 ਲਾਸ਼ ਜਿਹੜੀ ਹੈ ਹੋਈ ਵੀ ਇੱਥੇ ਤਾਂ ਮਿੰਟਾਂ 'ਚ ਮੀਡੀਆ ਦੇ ਵਿੱਚ ਆ ਜਾਣਾ ਸੀ ਜੇ ਕੋਈ ਗੱਲ ਹੁੰਦੀ। ਬਿਲਕੁਲ, ਇਹ ਇੰਡੀਆ ਥੋੜੀ ਆ ਕਿ ਉੱਥੇ ਉਹ ਗਵਰਨਮੈਂਟ ਦੀਆਂ ਜੋ ਗਲਤੀਆਂ ਨੂੰ ਲੁਕਾਉਂਦੇ ਆ। ਬਿਲਕੁਲ, ਤੁਹਾਡੀ ਗੱਲ ਤੇ ਬ੍ਰਦਰ ਅੱਜ ਹੀ ਦੁਪਹਿਰ ਦੀ ਗੱਲ ਹੈਗੀ ਆ, 1 ਵਜੇ ਇੱਕ ਖਬਰ ਆਈ ਆ ਜਿਹੜੀ ਅਸੀਂ ਉਹਦੇ ਤੇ ਬਹਿਸ ਕਰ ਰਹੇ ਆ ਕਿ 12 ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਆਪੋਜੀਸ਼ਨ ਵਾਲੀਆਂ, ਹਾਂਜੀ ਮੈਂ ਦੇਖੀ ਖਬਰ। ਹਾਂਜੀ, ਔਰ ਉਹਨਾਂ ਨੇ ਦੇਖੋ ਉਹਨਾਂ ਨੇ ਇੱਕ ਮੈਮੋਰੈਂਡਮ ਭੇਜਿਆ ਪ੍ਰਾਈਮ ਮਿਨਿਸਟਰ ਨੂੰ, ਔਰ ਉਹ ਮੈਮੋਰੈਂਡਮ ਜਿਹੜਾ ਹੈਗਾ ਉਹ ਸਾਡੇ ਕੋਲ ਹੀ ਨਹੀਂ ਹੈਗਾ, ਉਹ ਸਾਰੀ ਦੁਨੀਆ ਦੇ ਵਰਲਡ ਦੇ ਉੱਤੇ ਮੀਡੀਆ ਦੇ ਉੱਤੇ ਚਲਾ ਗਿਆ। ਔਰ ਹਰ ਇੱਕ ਜਿਹੜਾ ਦੇਸੀ ਆ ਜਾਂ ਵਿਦੇਸ਼ੀ ਆ, ਹਰ ਇੱਕ ਨੂੰ ਪਤਾ ਹੈਗਾ ਕਿ ਆਪੋਜੀਸ਼ਨ ਪਾਰਟੀਆਂ ਉੱਥੇ ਕੀ ਕਰਦੀਆਂ ਹੈਗੀਆਂ। ਹਾਂਜੀ, ਬਿਲਕੁਲ ਸਹੀ ਗੱਲ। ਦੇਖੋ ਜੀ, ਇਹ ਤਾਂ ਹੁਣ ਦੇਖੋ ਗਵਰਨਮੈਂਟ ਫੇਲ ਹੋਈ ਆ ਕੰਪਲੀਟਲੀ ਇਸ ਗੱਲ ਦੇ ਵਿੱਚ। ਜੀ ਜੀ, ਉੱਥੇ ਤੇ ਯੂਪੀ ਦੇ ਵਿੱਚ ਕੁੱਤੇ ਲਾਸ਼ਾਂ ਘੜੀਸੀ ਫਿਰਨ ਡਏ ਆ। ਹਾਂਜੀ ਇਸ ਟਾਈਮ ਤੇ ਹਾਲਾਤ ਇੰਨੇ ਮਾੜੇ ਆ, ਉਹ ਇੱਥੇ ਦਿਖਾ ਨਹੀਂ ਸਕਦੇ ਜੀ, ਇਹਨਾਂ ਦਿਲ ਕੰਬਾਊ ਉਹ ਸੀਨ ਹੈਗੇ ਸਾਰੇ। ਔਰ ਇਹ ਮਾਈ ਨੂੰ ਸਮਝ ਨਹੀਂ ਲੱਗ ਰਹੀ। ਦੱਸੋ, ਇਹ ਹਾਲੇ ਵੀ ਉਹ ਮਿੱਟੀ ਪਾਓ ਜੀ, ਉਹ ਸਾਡੀ ਬਈ ਦੱਸੋ ਇਸ ਟਾਈਮ ਤੇ ਤੁਸੀਂ ਇਸ ਗਵਰਨਮੈਂਟ ਦੀ ਜਿੰਨੀ ਵੀ ਪੋਲ ਖੋਲ ਸਕਦੇ ਆ ਬਾਹਰ ਖੋਲੋ, ਇਹਨਾਂ ਨੂੰ ਪਤਾ ਲੱਗੇ, ਇਹਨਾਂ ਨੂੰ ਸ਼ਰਮ ਆਵੇ ਮਾੜੀ ਮੋਟੀ ਵੀ। ਦੇਖੋ, ਜੇ ਤੁਸੀਂ ਕੋਈ ਇੰਪਰੂਵਮੈਂਟ ਹੀ ਨਹੀਂ ਕਿਸੇ ਚੀਜ਼ ਦੇ ਵਿੱਚ ਕੀਤੀ, ਹਸਪੀਟਲ ਤੁਹਾਡੇ ਕੋਈ ਡਾਕਟਰ ਨਹੀਂ, ਕੋਈ ਉੱਥੇ ਨਰਸਾਂ ਨਹੀਂ, ਉੱਥੇ ਆਕਸੀਜਨ ਨਹੀਂ ਹੈਗਾ, ਕੁਛ ਦੱਸੋ ਹੱਦ ਹੋ ਗਈ। ਥੈਂਕ ਯੂ ਜੀ, ਇੱਕ ਮਾਮੂਲੀ ਚੀਜ਼ ਟਾਈਮ ਥੋੜਾ ਰਹਿ ਗਿਆ ਹੁਣ। ਥੈਂਕ ਯੂ ਬ੍ਰਦਰ। ਓਕੇ, ਥੈਂਕ ਯੂ ਸਰ, ਬਾਏ ਬਾਏ। ਜਸਵਿੰਦਰ ਜੀ, ਹਾਂਜੀ, ਥੈਂਕ ਯੂ ਜੀ। ਅੱਛਾ, ਇੱਕ ਮੈਂ ਗੱਲ ਕਰਨੀ ਚਾਹੁੰਦਾ ਕਿ ਯੂਪੀ ਦੇ ਵਿੱਚ ਨਾ ਉਨਾਵ ਇਲਾਕੇ ਦੇ ਜਿਹੜੇ ਪਿੰਡਾਂ ਦੇ ਵਿੱਚ ਡਾਕਟਰ ਹੈਗੇ, 14 ਸਰਕਾਰੀ ਡਾਕਟਰ ਜਿਹੜੇ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਆ, 14 ਡਾਕਟਰਾਂ ਨੇ ਰਿਜ਼ਾਈਨ ਕੀਤਾ ਜੀ ਕਿ ਜਿਹੜੀਆਂ ਸਾਨੂੰ ਸਹੂਲਤਾਂ ਚਾਹੀਦੀਆਂ ਹੈਗੀਆਂ ਉਹ ਸਾਨੂੰ ਮਿਲ ਨਹੀਂ ਰਹੀਆਂ। ਉਹ ਸਾਡੇ ਕੋਲ ਲੋਕਾਂ ਦਾ ਜਿਹੜਾ ਦਰਦ ਹੈਗਾ ਦੇਖ ਨਹੀਂ ਹੁੰਦਾ, ਬਿਲਕੁਲ ਸਹਿਣ ਨਹੀਂ ਕਰ ਸਕਦੇ, ਤਾਂ ਉਹਨਾਂ ਨੇ ਰਿਜ਼ਾਈਨ ਕੀਤਾ। ਹਾਲੇ ਉਹ ਗਵਰਨਮੈਂਟ ਨੇ ਉਹਨੂੰ ਅਪਰੋਚ ਕੀਤੀ ਹੈ, ਗੱਲਬਾਤ ਕਰਦੇ ਵੀ ਤੁਸੀਂ। ਕਈ ਡਾਕਟਰ ਨਰਸਾਂ ਉਹਨਾਂ ਦੇ ਨਰਵਸ ਬ੍ਰੇਕਡਾਊਨ ਹੋ ਗਏ। ਹਾਂਜੀ, ਪ੍ਰੈਸ਼ਰ ਥੱਲੇ। ਦੇ ਆਰ ਕਮਿਟਿੰਗ ਸੁਸਾਈਡ। ਹਾਲੇ ਆਉਣ ਵਾਲੇ ਸਮੇਂ 'ਚ ਉਹਦਾ ਕਿੰਨਾ ਇਫੈਕਟ ਹੋਊਗਾ। ਇਸ ਵੈਰੀ ਬੈਡ ਸਿਚੁਏਸ਼ਨ ਹੈਗੀ ਆ ਉੱਥੇ। ਜਦੋਂ ਬੰਦਾ ਹੱਥੋਂ ਮੁਰੇ ਮਰ ਜਾਂਦਾ, ਤੁਹਾਡੇ ਕੋਲ
ਡਾਕਟਰ ਉੱਥੇ ਬੈਠਾ ਕੁਝ ਕਰ ਨਹੀਂ ਸਕਦਾ, ਉਹਦੇ ਹੱਥ ਵਾਸ ਕੁਝ ਨਹੀਂ ਹੈਗਾ, ਨੋ ਸਾਧਨ ਉੱਤੇ। ਆਪਣੇ ਇੱਕ ਐਕਟ ਹੈਗਾ ਮੁਕੇਸ਼ ਖੰਨਾ ਜੀ, ਉਹ ਉਹਨਾਂ ਨੇ ਮਤਲਬ ਇੱਕ ਸੀਰੀਅਲ ਹੈਗਾ ਟੈਲੀਵਿਜ਼ਨ ਦਾ ਉਹਦਾ ਸ਼ਕਤੀਮਾਨ, ਉਹਦੇ ਵਿੱਚ ਰੋਲ ਉਹਨਾਂ ਨੇ ਕੀਤਾ। ਔਰ ਜਿਹੜਾ ਮਹਾਭਾਰਤ ਇੱਕ ਸੀਗਾ ਉਹਦੇ ਵਿੱਚ ਉਹਨਾਂ ਨੇ ਯੁਧਿਸ਼ਟਰ ਦਾ ਰੋਲ ਕੀਤਾ ਸੀ। ਬੜਾ ਜ਼ਬਰਦਸਤ ਐਕਟਰ ਹੈਗੇ ਆ, ਬੜੀ ਭਰਮੀ ਆਵਾਜ਼ ਵਾਲੇ। ਔਰ ਉਹਨਾਂ ਦੀ ਸਿਸਟਰ ਆਪਣੀ ਸਕੀ ਭੈਣ ਉਹਨਾਂ ਦੀ ਉਹ ਪੂਰੀ ਹੋ ਗਈ ਕਰੋਨਾ ਦੇ ਨਾਲ। ਔਰ ਉਹਨਾਂ ਦਾ ਬਿਆਨ ਸੀਗਾ ਕਹਿੰਦਾ ਜਿਹੜੀਆਂ ਸਹੂਲਤਾਂ ਜਿਹੜੀਆਂ ਬੇਸਿਕ ਜ਼ਰੂਰਤਾਂ ਹੈਗੀਆਂ ਉਹ ਨਹੀਂ ਮਿਲੀਆਂ ਹੈਗੀਆਂ, ਨਹੀਂ ਤਾਂ ਬਚ ਸਕਦੀ ਸੀ। ਬਿਲਕੁਲ ਉਹਨੇ ਆਪਣਾ ਟਵੀਟ ਕਰਕੇ ਉਹਨਾਂ ਨੇ ਦੱਸਿਆ ਹੈਗਾ। ਸੋ ਇਦਾਂ ਦੇ ਜਿਹੜੀ ਹਕੀਕਤ ਆ ਬੀਜੇਪੀ ਦੇ ਕਈ ਮੇਰੇ ਸੰਸਦ ਜਿਹੜੇ ਹੈਗੇ ਆ ਉਹ ਕਰੋਨਾ ਨਾਲ ਪੂਰੇ ਹੋ ਗਏ। ਦੇਖੋ ਆਪਣੇ ਦਵਿੰਦਰ ਜੀ ਭਾਈ, ਅਸੀਂ ਨਹੀਂ ਕਹਿੰਦੇ ਇੰਡੀਆ ਦੀਆਂ ਜਿਹੜੀਆਂ ਕੋਰਟਾਂ ਹੈਗੀਆਂ, ਸਭ ਤੋਂ ਵੱਡੀ ਕੋਰਟ ਸੁਪਰੀਮ ਕੋਰਟ ਵਾ, ਉਹਨਾਂ ਨੇ ਸਰਕਾਰ ਨੂੰ 20 ਵਾਰੀ ਹਦਾਇਤਾਂ ਦਿੱਤੀਆਂ। ਔਰ ਪਿਛਲੇ ਹਫ਼ਤੇ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਆਪਣੀ ਪਲਾਨ ਦੱਸੋ ਭਾਈ ਇਸ ਬਿਮਾਰੀ ਦੇ ਉੱਤੇ ਤੁਸੀਂ ਕਾਬੂ ਪਾਉਣ ਲਈ ਤੁਹਾਡਾ ਜਿਹੜੇ ਟੀਕੇ ਲਾਉਣ ਦੀ ਪਲਾਨ ਕੀ ਹੈਗੀ ਆ, ਤੁਹਾਡੇ ਵੈਂਟੀਲੇਟਰ ਦੀ ਪਲਾਨ ਕੀ ਹੈਗੀ ਆ, ਹਾਲਤ ਜਿਹੜਾ ਸਾਰਾ ਹੈਲਥ ਦਾ ਕਾਰੋਬਾਰ ਹੈਗਾ, ਡਾਕਟਰਾਂ ਦਾ, ਨਰਸਾਂ ਦਾ, ਉਹਦੀ ਪਲਾਨ ਕੀ ਹੈਗੀ ਆ, ਤੁਸੀਂ ਗਾਹਾਂ ਦੀ ਫਿਊਚਰ ਇਹਦੇ 'ਤੇ ਕਿੱਦਾਂ ਕੰਟਰੋਲ ਕਰੋਗੇ। ਅੱਜ ਵੀ ਗੱਲਾਂ ਹੁੰਦੀਆਂ ਕਿ ਇਹ ਦੂਜਾ ਜਿਹੜੇ ਹੈਗੀ ਆ ਲਹਿਰ ਹੈਗੀ ਆ, ਜੇ ਤੀਜੀ ਆਊਗੀ ਤਾਂ ਉਹਦਾ ਕੀ ਰੋਕਥਾਮ ਕਰੋਗੇ। ਮੁਲਕ ਦੀ ਇਕਾਨਮੀ ਜਿਹੜੀ ਆ ਉਹ ਤਬਾਹ ਹੋ ਗਈ ਆ, ਉਹਨੂੰ ਤੁਸੀਂ ਸਰਵਾਈਵ ਕਰੋਗੇ, ਰਿਵਾਈਵ ਕਰੋਗੇ, ਉਹ ਕਿੱਦਾਂ ਕਰੋਗੇ। ਹਾਂਜੀ, 1 ਮਿੰਟ ਰਹਿ ਗਿਆ ਦਵਿੰਦਰ ਜੀ, ਕੁਇਕਲੀ ਕੀ ਕਹਿਣਾ ਚਾਹੁੰਦੇ ਆ। ਕੱਲ ਜਿਸ 12 ਤਰੀਕ ਸੀ, ਕੱਲ ਇੱਕ ਜਿਹੜੇ ਸਟੂਡੈਂਟਸ ਦੀਆਂ ਯੂਨੀਅਨਸ ਹੈਗੀਆਂ ਆ ਉਹਨਾਂ ਨੇ EVM ਸਾੜੀ ਵੀ ਜਿਹੜੀ ਸਰਕਾਰ ਹੈਗੀ EVM ਨਾਲ ਸਰਕਾਰ ਬਣੀ ਹੋਈ ਹੈਗੀ ਆ, ਔਰ ਇਸ ਸਰਕਾਰ ਨੂੰ ਲਾਂਭੇ ਕਰਨ ਲਈ EVM ਜਿਹੜੀ ਹੈਗੀ ਉਹ ਵੀ ਖਤਮ ਕਰਨੀ ਜ਼ਰੂਰੀ ਹੈਗੀ ਆ। ਬਿਲਕੁਲ ਹਾਂਜੀ। ਔਰ ਜਿਹੜਾ ਕਿਸਾਨਾਂ ਦਾ ਆਪਣੇ ਉਹਨਾਂ ਚੱਲ ਰਿਹਾ ਐਜੀਟੇਸ਼ਨ, ਉਹ ਵੀ ਕਾਮਯਾਬ ਹੋਣਾ ਚਾਹੀਦਾ ਹੈਗਾ। ਸੋ ਸਾਥੀਓ, ਜਿਹੜਾ ਵੀ ਇੰਡੀਆ 'ਚ ਹੋ ਰਿਹਾ ਉਹ ਸਾਡੇ ਆਪਣੇ ਦੇਸ਼ ਹੈਗਾ, ਅਸੀਂ ਉਹਦੀ ਬਿਹਤਰੀ ਲਈ ਕੰਮ ਕਰਨਾ ਹੈਗਾ, ਉਹਦੇ ਲੋਕਾਂ ਲਈ ਸੋਚਣਾ ਹੈਗਾ, ਬਿਹਤਰੀ ਲਈ ਸੋਚਣਾ ਹੈਗਾ। ਟਾਈਮ ਹੋਰ ਖਤਮ ਹੋ ਗਿਆ ਸਭ। ਔਰ ਅਖੀਰੀ ਇਹ ਆ ਕਿ ਜਿਨ੍ਹਾਂ ਨੇ ਸਾਥੀਆਂ ਨੇ, ਭੈਣਾਂ ਨੇ, ਭਰਾਵਾਂ ਨੇ ਹਿੱਸਾ ਲਿਆ, ਵਿਚਾਰ ਆਪਣੇ ਆਪਣੇ, ਔਰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਪਰ ਜਿਹੜੀ ਅਸਲੀਅਤ ਹੈ ਉਹ ਮੀਡੀਆ ਦਾ ਜਿਹੜਾ ਹੈਗਾ ਉਹ ਫਰਜ਼ ਬਣਦਾ, ਉਹ ਕੰਮ ਬਣਦਾ, ਉਹ ਅਸਲੀਅਤ ਨੂੰ ਤੁਹਾਡੇ ਸਾਹਮਣੇ, ਪਬਲਿਕ ਦੇ ਸਾਹਮਣੇ ਲਿਆ ਕੇ ਪੇਸ਼ ਕਰੇ, ਜਿਹੜਾ ਕਿ ਅਸੀਂ ਕਰ ਰਹੇ ਹਾਂ। ਸੋ ਅਖੀਰ ਵਿੱਚ ਸਾਡੇ ਦੋਹਾਂ ਵੱਲੋਂ ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਥੈਂਕ ਯੂ। ਇਸੇ ਤਰ੍ਹਾਂ ਤੁਹਾਡਾ ਫੇਰ ਮੁੜ ਕੇ ਅਗਲੇ ਹਫ਼ਤੇ ਆਵਾਂਗੇ।